वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਦੂਜਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 28। ਸਾਰਿਆਂ ਜਥਿਆਂ ਦਾ ਇੱਕ ਹੀ ਉਦੇਸ਼ ਸੀ, ਮੁਗਲਾਂ ਦਾ ਜ਼ੁਲਮੀ ਰਾਜ ਸਮਾਪਤ ਕਰਕੇ ਖਾਲਸਾ ਜੀ ਦਾ ਹਲੇਮੀ ਰਾਜ ਸਥਾਪਿਤ ਕਰਨਾ। ਆਪਣੀ ਥਾਂ ਸਾਰੇ ਹੀ ਜਥੇ ਸਰਕਾਰ ਨਾਲ ਟੱਕਰ ਲੈ ਰਹੇ ਸਨ। ਇੱਕ ਸਾਂਝੀ ਕੇਂਦਰੀ ਜਥੇਦਾਰੀ ਦੇ ਅਧੀਨ ਨਾ ਹੋਣ ਕਰਕੇ ਸਿੰਘ ਹਕੂਮਤ ਦੀ ਤਾਕਤ ਨੂੰ ਉਹ ਸੱਟ ਨਹੀਂ ਸਨ ਮਾਰ ਰਹੇ ਜਿਹੜੀ ਮਿੱਥੇ ਨਿਸ਼ਾਨੇ ਅਨੁਸਾਰ ਇੱਕ ਕਮਾਨ ਥੱਲੇ ਮਾਰੀ ਜਾ ਸਕਦੀ ਸੀ। ਸਰਕਾਰ ਦੇ ਨਾਲ ਸਿੰਘਾਂ ਦਾ ਵੀ ਨੁਕਸਾਨ ਹੋ ਰਿਹਾ ਸੀ। ਇਸ ਦਾ ਇੱਕ ਹੀ ਇਲਾਜ ਸੀ ਕਿ ਖਿਲਰੀ ਹੋਈ ਅਤੇ ਵੰਡੀ ਹੋਈ ਤਾਕਤ ਨੂੰ ਇੱਕ ਜਥੇਦਾਰ ਦੀ ਕਮਾਨ ਥੱਲੇ ਲਿਆਂਦਾ ਜਾਵੇ। ਇਸ ਦੀ ਲੋੜ ਨੂੰ ਸਾਰਿਆਂ ਹੀ ਅਨੁਭਵ ਕੀਤਾ ਅਤੇ ਸਹਿਮਤੀ ਪ੍ਰਗਟਾਈ। 1748 ਈਸਵੀ ਵਿੱਚ ਦੀਵਾਲੀ ਸਮੇਂ ਸਾਰੇ ਮੁਖੀ ਅਕਾਲ ਬੁੰਗੇ ਸ਼੍ਰੀ ਅੰਮ੍ਰਿਤਸਰ ਮੂਹਰੇ ਇਕੱਤਰਿਤ ਹੋਏ ਅਤੇ ਸਰਬੱਤ ਖਾਲਸੇ ਨੇ ਗੁਰਮਤਾ ਕੀਤਾ ਕਿ ਸਾਰੇ ਸਵਤੰਤਰ ਜਥੇ ਇੱਕ ਦਲ ਖਾਲਸਾ ਵਿੱਚ ਮਿਲਾ ਦਿੱਤੇ ਜਾਣ ਅਤੇ ਇੰਜ ਹੀ ਹੋਇਆ। ਨਵਾਬ ਕਪੂਰ ਸਿੰਘ ਪੰਥ ਦੇ ਪ੍ਰਵਾਨਿਤ ਜਥੇਦਾਰ ਸਨ ਅਤੇ ਸਾਰਾ ਪੰਥ ਉਹਨਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੀ ਨਿਗਾਹ ਨਾਲ ਵੇਖਦਾ ਸੀ, ਪਰ ਉਹ ਬਿਰਧ ਹੋ ਚੁੱਕੇ ਸਨ। ਸੋ ਇਹ ਜਥੇਦਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸੌਂਪੀ ਗਈ ਅਤੇ ਉਸ ਨੂੰ ਸਿੱਖਾਂ ਦਾ ਸੁਲਤਾਨ ਉਲ ਕੌਮ ਮੰਨਿਆ ਗਿਆ। ਉਸ ਨੂੰ ਸਾਰੇ ਦਲ ਖਾਲਸਾ ਦਾ ਪ੍ਰਮੁੱਖ ਜਥੇਦਾਰ ਨਿਯੁਕਤ ਕੀਤਾ ਗਿਆ। ਦਲ ਖਾਲਸਾ ਦੀਆਂ 11 ਮਿਸਲਾਂ ਸਨ। ਸਮੇਂ ਨੇ ਆਪਣੀ ਤੋਰ ਤੁਰਦੇ ਹੋਏ ਸਿੱਖਾਂ ਦੀ ਦਿਨ ਬ ਦਿਨ ਵੱਧ ਰਹੀ ਸ਼ਕਤੀ ਵੀ ਤੱਕੀ। ਪਾਸਾ ਪਰਤ ਰਿਹਾ ਸੀ ਕਿ ਹੁਣ ਮੁਗਲ ਸ਼ਿਕਾਰੀਆਂ ਦੀ ਥਾਂ ਸ਼ਿਕਾਰ ਹੋਣ ਵਾਲੀ ਥਾਂ ਤੇ ਆ ਗਏ ਸਨ। ਹੁਣ ਮੁਗਲ ਅੱਗੇ ਅਤੇ ਸਿੰਘ ਪਿੱਛੇ ਸਨ। ਮੁਗਲ ਰਾਜ ਦਾ ਸ਼ਕਤੀਸ਼ਾਲੀ ਮਹਿਲ ਕੰਬ ਅਤੇ ਡਗਮਗਾ ਰਿਹਾ ਸੀ। ਫਿਰ ਇਹ ਪਾਟਦਾ ਅਤੇ ਇਸ ਦੀ ਇੱਟ ਹੁੰਦੀ ਵੇਖੀ ਗਈ। ਸਮੇਂ ਨੇ ਭੂਰਿਆਂ ਵਾਲਿਆਂ ਸਿੱਖਾਂ ਦਾ ਪੰਜਾਬ ਦੀ ਧਰਤੀ ਤੋਂ ਉੱਠਦਾ ਅਤੇ ਮੁਗਲਾਂ ਨੂੰ ਮੈਦਾਨ ਵਿੱਚੋਂ ਦਮੋਂ ਕੱਢਦਾ ਵੇਖਿਆ। ਮੁਗਲਾਂ ਦਾ ਰਾਜ ਟੁੱਟਦਾ ਅਤੇ ਭੂਰਿਆਂ ਵਾਲਿਆਂ ਦਾ ਰਾਜ ਬਣਦਾ ਵੇਖਿਆ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸਮੇਂ ਨੇ ਹੋਰ ਵੀ ਭਿਆਨਕ ਦ੍ਰਿਸ਼ ਪੇਸ਼ ਕੀਤੇ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੜ ਪਿੱਛੜ ਹਮਲੇ ਹੋਏ। ਇਹਨਾਂ ਹਮਲਿਆਂ ਦੀ ਵਜ੍ਹਾ ਨਾਲ ਜੋ ਪੰਜਾਬ ਅਤੇ ਹਿੰਦੁਸਤਾਨ ਦੀ ਬਰਬਾਦੀ ਹੋਈ ਅਤੇ ਖੂਨ ਦੀਆਂ ਨਦੀਆਂ ਵਗੀਆਂ, ਇੱਜ਼ਤਾਂ ਰੁਲੀਆਂ ਵੇਖ ਕੇ ਬੁੱਲੇ ਸ਼ਾਹ ਕੁਰਲਾ ਉੱਠਿਆ। ਉਹ ਇਹਨਾਂ ਮੰਦੀਆਂ ਹਾਲਤਾਂ ਬਾਰੇ ਵੀ ਇਸ਼ਾਰਾ ਕਰਦਾ ਹੈ ਜੋ ਇਸ ਮੰਦੀ ਦੁਰਦਸ਼ਾ ਨੂੰ ਇੰਨ ਬਿੰਨ ਸਾਡੇ ਸਾਹਮਣੇ ਲੈ ਆਉਂਦੇ ਹਨ। ਕਨ੍ਹਈਆ ਲਾਲ ਤਾਰੀਖ-ਏ-ਪੰਜਾਬ ਦੇ ਪੰਨਾ 60-61 ਉੱਤੇ ਲਿਖਦਾ ਹੈ ਕਿ ਨਾਦਰ ਸ਼ਾਹ ਦੀ ਫੌਜ ਨੇ ਪੇਸ਼ਾਵਰ ਤੋਂ ਲੈ ਕੇ ਰਾਵੀ ਤੱਕ ਦਾ ਸਾਰਾ ਪੰਜਾਬ ਲੁੱਟ ਲਿਆ ਅਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ। ਪੰਜਾਬ ਉੱਤੇ ਇਹ ਹਸ਼ਰ ਅਜਾਬ ਦਾ ਸਮਾਂ ਸੀ। ਚਾਰ ਚੁਫੇਰੇ ਤਲਵਾਰ, ਅੱਗ ਅਤੇ ਮੌਤ ਦਾ ਤੂਫਾਨ ਕਹਿਰੀ ਵਗ ਰਿਹਾ ਸੀ। ਸਾਈਂ ਬੁੱਲੇ ਸ਼ਾਹ ਤੜਫ ਉੱਠਿਆ। ਦਰ ਖੁੱਲ੍ਹਾ ਹਸ਼ਰ ਅਜਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਦੁਰਾਨੀ ਫੌਜ ਦਾ ਜਬਰ ਜ਼ੁਲਮ ਅਤੇ ਧੱਕੇਸ਼ਾਹੀ, ਭੁੱਖਿਆਂ ਬਘਿਆੜਾਂ ਵਰਗੀ ਬਿਰਤੀ, ਫੌਜ ਦੇ ਅਫਸਰਾਂ ਅਤੇ ਸੈਨਿਕਾਂ ਦਾ ਚਿੱਤਰ ਸਾਈਂ ਜੀ ਸੋਹਣਾ ਖਿੱਚਦੇ ਹਨ। ਜੋ ਕੁਝ ਹੋ ਰਿਹਾ ਸੀ ਬੁੱਲੇ ਸ਼ਾਹ ਦੀ ਨਿਗਾਹ ਵਿੱਚ ਰੱਬ ਨੂੰ ਕਦ ਮਨਜ਼ੂਰ ਹੋ ਸਕਦਾ ਸੀ। ਉਸ ਦਾ ਯਕੀਨ ਸੀ ਕਿ ਇਹ ਜ਼ਾਲਮ ਹਾਕਮ ਅਤੇ ਉਸ ਦਾ ਹੁਕਮ ਬਹੁਤਾ ਚਿਰ ਨਹੀਂ ਰਹੇਗਾ। ਹਜਾਬ ਕਰੇ ਦਰਵੇਸ਼ੀ ਕੋਲੋਂ, ਕਬ ਲੱਗ ਹੁਕਮ ਚਲਾਵੇਂਗਾ। ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਈਏ। ਟੇਢੀ ਪਗੜੀ ਆਕੜ ਚੱਲੇ, ਜੁੱਤੀ ਪੈਰੀਂ ਅੜਾਈਏ। ਇੱਕ ਦਿਨ ਅਜਲ ਦਾ ਬੱਕਰਾ ਹੋ ਕੇ ਆਪਣਾ ਆਪ ਕੁਹਾਵੇਂਗਾ। ਮੀਰ ਮਨੂੰ ਨੇ ਸਿੱਖਾਂ ਉੱਤੇ ਸਿਰੋਂ ਪਰੇ ਜ਼ੁਲਮ ਢਾਏ। ਉਸ ਦਾ ਜਬਰ ਸਿੰਘਾਂ ਸਿੰਘਣੀਆਂ ਦਾ ਸਬਰ ਅਤੇ ਧੀਰਜ ਨਾ ਡੁਲਾ ਸਕਿਆ। ਫਿਰ ਮੀਰ ਮਨੂੰ ਨੂੰ ਕਮੌਤ ਮਰਦੇ ਨੂੰ ਵੀ ਸਾਈਂ ਜੀ ਨੇ ਵੇਖਿਆ ਹੋਵੇਗਾ। ਤਾਂ ਹੀ ਤਾਂ 22ਵੀਂ ਗੰਢ ਵਿੱਚ ਵਿਸ਼ੇਸ਼ ਇਸ਼ਾਰਾ ਕਰਦਾ ਹੈ। ਬਾਈ ਖੋਲੂ ਪਹੁੰਚ ਕੇ ਸਭ ਮੀਰਾਂ ਮਲਕਾਂ, ਉਹਨਾਂ ਡੇਰਾ ਕੂਚ ਹੈ ਮੈਂ ਖੋਲ੍ਹਾਂ ਪਲਕਾਂ। ਆਪਣਾ ਰਹਿਣਾ ਦੀ ਕਰਾਂ ਕਿਹੜੇ ਬਾਗ ਦੀ ਮੂਲੀ, ਖਾਲੀ ਜੱਗ ਵਿੱਚ ਆਏ ਕੇ ਸੁਫਨੇ ਪਰ ਭੁੱਲੀ।
ਮੁਗਲ ਰਾਜ ਵਿੱਚ ਦੋ ਖੂਨੀ ਨਦੀਆਂ ਵਗਦੀਆਂ ਨਜ਼ਰ ਆਉਂਦੀਆਂ ਹਨ। ਇੱਕ ਮੁਗਲ ਸ਼ਾਹੀ ਖਾਨਦਾਨ ਵਿੱਚੋਂ ਤੁਰਦੀ ਹੈ, ਜਿਸ ਵਿੱਚ ਉਸ ਘਰਾਣੇ ਦਾ ਆਪਣਾ ਖੂਨ ਵਗਦਾ ਹੈ। ਜਦ ਵੀ ਪਿਤਾ ਵੱਲੋਂ ਪੁੱਤ ਪਾਸ ਰਾਜ ਆਇਆ, ਖਾਨਦਾਨ ਦੇ ਸਭ ਤੋਂ ਛੋਟੇ ਵੱਡੇ ਤਖ਼ਤ ਦੇ ਦਾਅਵੇਦਾਰਾਂ ਦੇ ਖੂਨ ਵਿੱਚ ਨੁੱਚੜ ਕੇ ਆਇਆ ਅਤੇ ਖੂਨੀ ਨਦੀ ਸਗਾਹੀ ਵਗ ਤੁਰੀ। ਔਰੰਗਜ਼ੇਬ ਨੇ ਰਾਜ ਪ੍ਰਾਪਤੀ ਲਈ ਆਪਣੇ ਕੁਟੁੰਬ ਨਾਲ ਕੀ ਕੀਤਾ, ਵਿਸ਼ੇਸ਼ ਤੌਰ 'ਤੇ ਦਾਰਾ ਨਾਲ ਸਲੂਕ ਬਾਰੇ ਇਸ਼ਾਰਾ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ। ਪਾਠਕਾਂ ਦੀ ਵਾਕਫੀ ਲਈ ਇਸ ਧਰਮੀ ਅਤੇ ਇਸਲਾਮ ਦੇ ਰਾਖੇ ਬਾਦਸ਼ਾਹ ਨੇ ਸਕੇ ਭਰਾ ਨਾਲ ਕੀ ਵਿਵਹਾਰ ਕੀਤਾ, ਇਸ ਵਾਕਿਆ ਨੂੰ ਪਾਠਕਾਂ ਦੀ ਆਗਿਆ ਨਾਲ ਕੁਝ ਵਿਸਥਾਰ ਨਾਲ ਲਿਖਿਆ ਜਾਂਦਾ ਹੈ। ਰਾਜ ਬਦਲੀ ਵੇਲੇ ਮੁਗਲ ਘਰਾਣੇ ਵਿੱਚ ਕੀ ਵਾਪਰਦਾ ਸੀ। ਰਾਜ ਪ੍ਰਾਪਤੀ ਲਈ ਵੱਡੀ ਟੱਕਰ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਵਿੱਚ ਹੋਈ। ਦਾਰਾ ਹਾਰ ਖਾ ਕੇ ਈਰਾਨ ਵੱਲ ਭੱਜ ਤੁਰਿਆ ਤਾਂ ਕਿ ਮਦਦ ਲੈ ਕੇ ਫਿਰ ਰਾਜ ਪ੍ਰਾਪਤ ਕਰ ਸਕੇ। ਦਾਰਾ ਜਦ ਸਿੰਧ ਟੱਪ ਕੇ ਈਰਾਨ ਵੱਲ ਚਲੇ ਜਾਣ ਦੇ ਇਰਾਦੇ ਨਾਲ ਬੁਲਾਨ ਦर्रे ਵੱਲ ਵਧ ਰਿਹਾ ਸੀ ਤਾਂ ਕੁਝ ਸਮੇਂ ਵਾਸਤੇ ਸਿਰ ਲੁਕਾਵੇ ਲਈ ਮਲਿਕ ਜੀਵਨ, ਜੋ ਦਾਦਰ ਦਾ ਤਕੜਾ ਜ਼ਿਮੀਂਦਾਰ ਸੀ ਅਤੇ ਜਿਸ ਨੂੰ ਇੱਕ ਅਪਰਾਧ ਦੇ ਦੰਡ ਵਜੋਂ ਸ਼ਾਹਜਹਾਨ ਨੇ ਹਾਥੀ ਦੇ ਪੈਰਾਂ ਥੱਲੇ ਕੁਚਲ ਕੇ ਮਾਰਨ ਦਾ ਹੁਕਮ ਦਿੱਤਾ ਸੀ, ਨੂੰ ਆਪਣੇ ਬਾਪ ਸ਼ਾਹਜਹਾਨ ਤੋਂ ਮਿੰਨਤ ਸਮਾਜਤ ਕਰਕੇ ਮੁਆਫੀ ਦਵਾ ਕੇ ਜਾਨ ਬਚਾਈ ਸੀ, ਨੂੰ ਔਖੀ ਘੜੀ ਵੇਲੇ ਸੁਨੇਹਾ ਘਲਾਇਆ। ਉਸ ਨੇ 2 ਮੀਲ ਅੱਗੇ ਵਧ ਕੇ ਸਵਾਗਤ ਕੀਤਾ ਅਤੇ ਪੂਰੇ ਮਾਣ ਸਤਿਕਾਰ ਨਾਲ ਘਰ ਲੈ ਆਇਆ। ਦਾਦਰ ਵੱਲ ਆਉਂਦਿਆਂ ਦਾਰਾ ਦੀ ਬੇਗਮ ਦਵਾਈ ਖੁਣੋਂ ਹੈਜੇ ਨਾਲ ਮਰ ਗਈ। ਸੁਲੇਮਾਨ ਸ਼ਿਕੋਹ ਪਹਿਲਾਂ ਹੀ ਸਾਮੂਗੜ੍ਹ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਦਾਰਾ ਸ਼ਿਕੋਹ ਦਾ ਦਿਲ ਟੁੱਟ ਗਿਆ। ਲਗਭਗ 6 ਜੂਨ ਨੂੰ ਉਹ ਮਲਿਕ ਦੇ ਘਰ ਆਇਆ ਸੀ। 9 ਜੂਨ 1648 ਈਸਵੀ ਨੂੰ ਜਦ ਉਹ ਬੁਲਾਨ ਦर्रे ਵੱਲ ਵਧਣ ਲੱਗਾ ਤਾਂ ਇੱਕ ਆਕ੍ਰਿਤ ਘਣ ਮਲਿਕ ਜੀਵਨ ਨੇ ਉਸ ਨੂੰ ਬੰਦੀ ਬਣਾ ਲਿਆ। ਦਾਰਾ ਦਾ ਪਿੱਛਾ ਕਰਦੇ ਹੋਏ ਬਹਾਦਰ ਖਾਂ ਅਤੇ ਜੈ ਸਿੰਘ ਸਿੰਧ ਟੱਪ ਆਏ ਸਨ। 23 ਜੂਨ ਨੂੰ ਮਲਿਕ ਜੀਵਨ ਨੇ ਦਾਰਾ, ਸਿਪਹਿਰ, ਸ਼ਿਕੋਹ ਅਤੇ ਦੋਵੇਂ ਲੜਕੀਆਂ ਬਹਾਦਰ ਖਾਂ ਦੇ ਹਵਾਲੇ ਕਰ ਦਿੱਤੇ। ਇਹਨਾਂ ਬੰਦੀਆਂ ਨੂੰ ਲੈ ਕੇ ਬਹਾਦਰ ਖਾਨ ਅਤੇ ਜੈ ਸਿੰਘ ਦਿੱਲੀ ਨੂੰ ਮੁੜ ਪਏ। ਜਦ ਦਿੱਲੀ ਪੁੱਜ ਗਏ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਆਪਣੇ ਗੁਲਾਮ ਨਾਜ਼ਰ ਬੇਗ ਦੇ ਹਵਾਲੇ ਕਰ ਦਿੱਤਾ ਤਾਂ ਕਿ ਯੋਗ ਮੌਕਿਆਂ 'ਤੇ ਇਹਨਾਂ ਦਾ ਕੰਮ ਤਮਾਮ ਕਰ ਦੇਵੇ। ਔਰੰਗਜ਼ੇਬ ਨੇ ਨਾਲ ਹੀ ਹੁਕਮ ਦਿੱਤਾ ਕਿ ਇਸ ਨੂੰ ਦਿੱਲੀ ਦਿਆਂ ਬਾਜ਼ਾਰਾਂ ਵਿੱਚ ਫੇਰਿਆ ਜਾਵੇ ਤਾਂ ਕਿ ਲੋਕ ਇਹ ਸਭ ਕੁਝ ਆਪਣੀ ਅੱਖੀਂ ਵੇਖ ਲੈਣ। ਇੱਕ ਮਰੀਅਲ ਜਿਹੀ ਹਥਣੀ ਉੱਤੇ, ਜਿਸ ਦੇ ਹੌਂਦੇ 'ਤੇ ਕੋਈ ਕੱਪੜਾ ਆਦਿ ਵੀ ਨਹੀਂ ਸੀ, ਦਾਰਾ ਨੂੰ ਚੜ੍ਹਾਇਆ ਗਿਆ। ਨਾਲ ਹੀ ਉਸ ਦੇ ਪੁੱਤ ਸਿਪਹਿਰ ਸ਼ਿਕੋਹ ਨੂੰ ਬਿਠਾਇਆ ਗਿਆ। ਇਹਨਾਂ ਦੀਆਂ ਲੱਤਾਂ ਜੰਜੀਰਾਂ ਨਾਲ ਬੱਝੀਆਂ ਸਨ, ਪਰ ਹੱਥ ਖੁੱਲ੍ਹੇ ਸਨ। ਇਹਨਾਂ ਦੇ ਪਿਛਲੇ ਪਾਸੇ ਨਾਜ਼ਰ ਬੇਗ ਹੱਥ ਵਿੱਚ ਨੰਗੀ ਤਲਵਾਰ ਲਈ ਬੈਠਾ ਸੀ। ਇਹ ਨਾਜ਼ਰ ਬੇਗ ਬੜਾ ਪੱਥਰ ਦਿਲ ਅਤੇ ਬੇਰਹਿਮ ਸੀ। ਮਾਲਿਕ ਦਾ ਇਸ਼ਾਰਾ ਪਾ ਕੇ ਬਿਲਾ ਝਿਜਕ ਕਿਸੇ ਦਾ ਖੂਨ ਵਹਾ ਸਕਦਾ ਸੀ। ਹਿੰਦੁਸਤਾਨ ਦਾ ਜਿਸ ਨੇ ਬਾਦਸ਼ਾਹ ਬਣਨਾ ਸੀ, ਲੀਰਾਂ ਹੋਏ ਕੱਪੜੇ ਅਤੇ ਸਿਰ 'ਤੇ ਚਿੱਕੜ ਵਰਗੀ ਪੱਗ ਬੰਨ੍ਹੀ ਬੈਠਾ ਸੀ। ਉਸ ਦੀ ਇਹ ਹਾਲਤ ਅਤੇ ਜੋ ਉਸ ਨਾਲ ਅਖੀਰ ਵਿੱਚ ਵਾਪਰਨੀ ਸੀ, ਨੂੰ ਅਨੁਭਵ ਕਰਕੇ ਲੋਕੀ ਖੂਨ ਦੇ ਅੱਥਰੂ ਕੇਰ ਰਹੇ ਸਨ। ਦਾਰਾ ਲੋਕਾਂ ਦਾ ਮਹਿਬੂਬ ਵਲੀ ਅਹਿਦ ਸੀ, ਜਿਸ ਨਾਲ ਸਭ ਛੋਟੇ ਵੱਡੇ ਬੜੇ ਖੁਸ਼ ਸਨ। 29 ਅਗਸਤ ਦੇ ਦਿਨ ਦੀ ਕੜਕਦੀ ਧੁੱਪ ਆਪਣਾ ਜੋਬਨ ਵਿਖਾ ਰਹੀ ਸੀ। ਦਾਰਾ ਸਿਰ ਝੁਕਾਈ ਬੈਠਾ ਸੀ। ਅਚਾਨਕ ਇੱਕ ਭਿਖਾਰੀ ਸਾਹਮਣੇ ਆਇਆ ਅਤੇ ਕਿਹਾ, "ਐ ਦਾਰਾ, ਜਦ ਤੂੰ ਸਭ ਕਾਸੇ ਦਾ ਮਾਲਕ ਸੈਂ, ਮੈਨੂੰ ਹਮੇਸ਼ਾ ਬਖਸ਼ਿਸ਼ ਕਰਿਆ ਕਰਦਾ ਸੈਂ, ਪਰ ਅੱਜ ਤੇਰੇ ਹੱਥ ਪੱਲੇ ਕੁਝ ਨਹੀਂ। ਤੂੰ ਮੈਨੂੰ ਕੁਝ ਵੀ ਦੇਣ ਦੇ ਸਮਰੱਥ ਨਹੀਂ। ਮੈਨੂੰ ਸਭ ਪਤਾ ਹੈ ਅਤੇ ਮੈਂ ਵੇਖ ਰਿਹਾ ਹਾਂ।" ਇਹਨਾਂ ਸ਼ਬਦਾਂ ਦਾ ਕੈਦੀ ਵਲੀ ਅਹਿਦ 'ਤੇ ਬੜਾ ਅਸਰ ਹੋਇਆ ਅਤੇ ਆਪਣੇ ਮੋਢਿਆਂ ਤੋਂ ਦੁਸ਼ਾਲਾ ਉਤਾਰ ਕੇ ਉਸ ਵੱਲ ਸੁੱਟ ਦਿੱਤਾ। ਸਾਰੀ ਦਿੱਲੀ ਦੀਆਂ ਗਲੀਆਂ ਵਿੱਚ ਫੇਰ ਕੇ ਪੁਰਾਣੀ ਦਿੱਲੀ ਖਿਜ਼ਰਾਬਾਦ ਦੇ ਲਾਗੇ ਖਵਾਸਪੁਰ ਦੇ ਮਹਿਲ ਵਿੱਚ ਬੰਦੀਆਂ ਨੂੰ ਡੱਕ ਦਿੱਤਾ ਅਤੇ ਸਖਤ ਪਹਿਰਾ ਲਾ ਦਿੱਤਾ ਗਿਆ। ਇਸ ਸ਼ਾਮ ਦਾਰਾ ਦੀ ਕਿਸਮਤ ਦਾ ਫੈਸਲਾ
ਕਰਨ ਲਈ ਦੀਵਾਨ-ਏ-ਖਾਸ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਵਿਸ਼ੇਸ਼ ਬੈਠਕ ਸੱਦੀ। ਦਾਨਿਸ਼ਮੰਦ ਖਾਨ ਨੇ ਜਾਨ ਬਖਸ਼ ਲਈ ਬੜਾ ਹੱਥ ਪੱਲਾ ਜੋੜਿਆ, ਪਰ ਸ਼ਾਇਸਤਾ ਖਾਨ, ਮੁਹੰਮਦ ਅਮੀਨ ਖਾਨ, ਬਹਾਦਰ ਖਾਨ ਅਤੇ ਹਕੀਮ ਦਾਊਦ ਨੇ ਰਾਏ ਦਿੱਤੀ ਕਿ ਹਕੂਮਤ ਦੀ ਮਜ਼ਬੂਤੀ ਅਤੇ ਇਸਲਾਮ ਦੇ ਭਲੇ ਲਈ ਦਾਰਾ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। ਇਸ ਬੈਠਕ ਵਿੱਚ ਔਰੰਗਜ਼ੇਬ ਅਤੇ ਛੋਟੀ ਭੈਣ ਰੋਸ਼ਨਾਰਾ ਨੇ ਦਾਰਾ ਦੇ ਵਿਰੁੱਧ ਬੜੀ ਸਖਤ ਦਲੀਲਬਾਜ਼ੀ ਕੀਤੀ ਅਤੇ ਇੰਨਾ ਉੱਚੀ-ਉੱਚੀ ਬੋਲ ਕੇ ਉਸ ਦੀ ਮੌਤ ਮੰਗੀ ਕਿ ਜਾਨ ਬਖਸ਼ੀ ਵਾਸਤੇ ਜੋ ਕਮਜ਼ੋਰ ਜਿਹੀ ਆਵਾਜ਼ ਵਿੱਚ ਬੇਨਤੀ ਕੀਤੀ ਜਾ ਰਹੀ ਸੀ, ਉਹ ਉਸ ਦੇ ਰੌਲੇ ਵਿੱਚ ਹੀ ਡੁੱਬ ਗਈ। ਔਰੰਗਜ਼ੇਬ ਦੇ ਤਨਖਾਹਦਾਰ ਮੁਫਤੀਆਂ ਨੇ ਫੈਸਲਾ ਦਿੱਤਾ ਕਿ ਦਾਰਾ ਮੌਤ ਦਾ ਹੀ ਹੱਕਦਾਰ ਹੈ। ਉਹਨਾਂ ਲਿਖਿਆ ਕਿ ਸ਼ਰੀਅਤ ਦੇ ਸਤੂਨਾਂ ਅਤੇ ਇਸਲਾਮ ਧਰਮ ਨੂੰ ਦਾਰਾ ਦੀ ਜ਼ਿੰਦਗੀ ਤੋਂ ਕਈ ਖਤਰੇ ਭਾਸਦੇ ਹਨ, ਸੋ ਇਸਲਾਮ ਸ਼ਰੀਅਤ ਅਤੇ ਮੁਲਕ ਨੂੰ ਬਚਾਉਣ ਵਾਸਤੇ ਦਾਰਾ ਦਾ ਜਿੰਦਾ ਰਹਿਣਾ ਉਚਿਤ ਨਹੀਂ ਸਮਝਦਾ, ਕਿਉਂਕਿ ਉਸ ਦੇ ਜਿੰਦਾ ਰਹਿਣ ਨਾਲ ਪਰਜਾ ਦਾ ਸੁੱਖ ਚੈਨ ਭੰਗ ਹੋ ਜਾਵੇਗਾ। ਦਾਰਾ ਦੇ ਵਕੀਲ ਨੇ ਉਸ ਦੀ ਜ਼ਿੰਦਗੀ ਬਚਾਉਣ ਲਈ ਬਹੁਤ ਨੱਠ ਭੱਜ ਕੀਤੀ, ਪਰ ਕੁਝ ਹਾਸਿਲ ਨਾ ਹੋਇਆ। ਦਾਰਾ ਨੂੰ ਆਪਣੇ ਸਿਰ ਤੇ ਕੂਕਦੀ ਮੌਤ ਦਾ ਪਤਾ ਲੱਗ ਚੁੱਕਾ ਸੀ। ਉਸ ਨੇ ਆਖਰੀ ਅਪੀਲ ਵਜੋਂ ਆਪਣੇ ਭਰਾ ਔਰੰਗਜ਼ੇਬ ਨੂੰ ਅਰਜ਼ੀ ਲਿਖੀ, ਮੇਰੇ ਮਹਾਨ ਭਾਈ ਅਤੇ ਸ਼ਹਿਨਸ਼ਾਹ, ਮੇਰੇ ਮਨ ਵਿੱਚ ਬਾਦਸ਼ਾਹੀ ਦੀ ਕੋਈ ਲਾਲਸਾ ਨਹੀਂ ਹੈ। ਇਹ ਤੈਨੂੰ ਅਤੇ ਤੇਰੀ ਔਲਾਦ ਨੂੰ ਸੁਹੰਡਣੀ ਹੋਵੇ। ਮੇਰੇ ਕਤਲ ਦੀ ਵਿਉਂਤ ਜੋ ਤੂੰ ਆਪਣੇ ਦਿਲ ਵਿੱਚ ਬਣਾ ਰੱਖੀ ਹੈ, ਇਹ ਮੂਲੋਂ ਅਨਿਆਂ ਹੈ। ਮੈਨੂੰ ਜੇ ਤੂੰ ਰਹਿਣ ਲਈ ਇੱਕ ਯੋਗ ਘਰ ਅਤੇ ਮੇਰੀਆਂ ਨੌਕਰਾਣੀਆਂ ਚੋਂ ਇੱਕ ਨੌਕਰਾਣੀ ਸੇਵਾ ਲਈ ਬਖਸ਼ ਦੇਵੇਂ, ਤਾਂ ਮੈਂ ਤੇਰੇ ਭਲੇ ਲਈ ਰੱਬ ਦੀ ਬੰਦਗੀ ਵਿੱਚ ਉਸ ਬੰਦੇ ਵਾਂਗ ਜਿਸ ਨੂੰ ਮਾਫ਼ ਕਰਕੇ ਜ਼ਿੰਦਗੀ ਬਖਸ਼ੀ ਗਈ ਹੋਵੇ ਲੀਨ ਹੋ ਜਾਵਾਂਗਾ। ਇਸ ਅਰਜ਼ੀ ਦੇ ਇੱਕ ਸਿਰੇ ਤੇ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਅਰਬੀ ਵਿੱਚ ਲਿਖਿਆ ਸੀ, ਤੂੰ ਮੇਰੇ ਬਹੁਤ ਹੱਕ ਦਬਾਏ ਹਨ ਅਤੇ ਪੱਕਾ ਫਿਤਨਾ ਅੰਗੇਜ਼ ਹੈ। 30 ਅਗਸਤ ਨੂੰ ਦਿੱਲੀ ਵਿੱਚ ਬੜਾ ਵੱਡਾ ਫਸਾਦ ਹੋ ਗਿਆ, ਜਿਸ ਨੇ ਦਾਰਾ ਦੀ ਮੌਤ ਬਿਲਕੁਲ ਲਾਗੇ ਲੈ ਆਂਦੀ। ਦਾਰਾ ਨੂੰ ਫੜਾਉਣ ਵਾਲਾ ਮਲਿਕ ਜੀਵਨ, ਜਿਸ ਨੂੰ ਉਸ ਦੀ ਕਾਰਗੁਜ਼ਾਰੀ ਦੇ ਇਨਾਮ ਵਜੋਂ 1000 ਮਨਸਬਦਾਰ ਬਣਾਇਆ ਗਿਆ ਸੀ, ਦਰਬਾਰ ਦੀ ਹਾਜ਼ਰੀ ਦੇ ਪਹਿਲੇ ਦਿਨ ਜਾਂਦਾ ਹੋਇਆ ਲੋਕਾਂ ਦੀ ਨਜ਼ਰੀ ਪੈ ਗਿਆ। ਬੱਚੇ, ਬੁੱਢੇ, ਭਿਖਾਰੀਆਂ ਤੱਕ ਔਰਤਾਂ ਸਮੇਤ ਇੰਨੇ ਭੜਕ ਉੱਠੇ ਕਿ ਇੱਟ ਪੱਥਰ ਅਤੇ ਡਾਂਗਾਂ ਸੋਟਿਆਂ ਨਾਲ ਉਸ ਦੇ ਕਈ ਅਫਗਾਨ ਸਾਥੀ ਮਾਰ ਮੁਕਾਏ। ਜੇ ਦਿੱਲੀ ਦਾ ਕੋਤਵਾਲ ਵੇਲੇ ਸਿਰ ਆ ਕੇ ਨਾ ਬਚਾਉਂਦਾ, ਤਾਂ ਮਲਿਕ ਜੀਵਨ ਨੂੰ ਵੀ ਲੋਕ ਥਾਂ ਤੇ ਹੀ ਮਾਰ ਦਿੰਦੇ। ਔਰੰਗਜ਼ੇਬ ਨੇ ਦਾਰਾ ਨੂੰ ਫੌਰਨ ਮਾਰ ਦੇਣ ਦਾ ਹੁਕਮ ਨਾਜ਼ਰ ਬੇਗ ਨੂੰ ਦੇ ਦਿੱਤਾ। 30 ਅਗਸਤ ਦੀ ਰਾਤ ਥੋੜ੍ਹੀ ਹੀ ਗੁਜ਼ਰੀ ਸੀ ਕਿ ਨਾਜ਼ਰ ਬੇਗ ਅਤੇ 2 ਗੁਲਾਮ ਖਾਨ ਦੀ ਨਿਗਰਾਨੀ ਵਿੱਚ ਕੈਦਖਾਨੇ ਵਿੱਚ ਸਿਪਹਰ ਸ਼ਿਕੋ 14 ਸਾਲ ਨੂੰ ਬਾਪ ਨਾਲੋਂ ਵੱਖਰਾ ਕਰਨ ਲਈ ਆ ਗਏ, ਤਾਂ ਕਿ ਪੁੱਤ ਦੇ ਸਾਹਮਣੇ ਬਾਪ ਨੂੰ ਨਾ ਮਾਰਿਆ ਜਾਵੇ। ਉਹਨਾਂ ਦੀਆਂ ਸ਼ਕਲਾਂ ਤੇ ਬੇਰਹਿਮ ਅੱਖਾਂ ਵੇਖ ਕੇ ਦਾਰਾ ਨੂੰ ਆਪਣੀ ਮੌਤ ਮੂਹਰੇ ਖੜੀ ਦਿਸੀ। ਉਹ ਉੱਠ ਕੇ ਉਹਨਾਂ ਦੇ ਲਾਗੇ ਆਇਆ ਅਤੇ ਗੋਡਿਆਂ ਪਰਨੇ ਹੋ ਕੇ ਵਿਰੜਾ ਕੀਤਾ, ਤੁਸੀਂ ਮੇਰੇ ਕਤਲ ਲਈ ਆਏ ਹੋ? ਉਹਨਾਂ ਜਵਾਬ ਦਿੱਤਾ, ਸਾਨੂੰ ਹੁਕਮ ਹੋਇਆ ਹੈ ਕਿ ਸਿਪਹਰ ਸ਼ਿਕੋ ਨੂੰ ਤੇਰੇ ਨਾਲੋਂ ਜੁਦਾ ਕਰਕੇ ਕਿਸੇ ਦੂਜੀ ਥਾਂ ਤੇ ਲੈ ਜਾਇਆ ਜਾਵੇ। ਲੜਕਾ ਵੀ ਬਾਪ ਦੇ ਲਾਗੇ ਹੀ ਗੋਡਿਆਂ ਪਰਨੇ ਹੋ ਕੇ ਮਿੰਨਤਾਂ ਕਰ ਰਿਹਾ ਸੀ। ਨਾਜ਼ਰ ਬੇਗ ਨੇ ਬੜੀ ਕਹਿਰ ਭਰੀ ਨਿਗਾਹ ਨਾਲ ਮੁੰਡੇ ਵੱਲ ਵੇਖਿਆ। ਸਿਪਹਰ ਦੀਆਂ ਡਾਢਾਂ ਨਿਕਲ ਗਈਆਂ ਅਤੇ ਦਾਰਾ ਦੀਆਂ ਲੱਤਾਂ ਨੂੰ ਚਿੰਬੜ ਗਿਆ। ਪਿਓ ਪੁੱਤ ਨੇ ਇੱਕ ਦੂਜੇ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਦੋਵੇਂ ਉੱਚੀ-ਉੱਚੀ ਧਾਹੀਂ ਮਾਰਨ ਲੱਗੇ। ਗੁਲਾਮਾਂ ਦਾ ਰਵੱਈਆ ਹੋਰ ਕਠੋਰ ਹੋ ਗਿਆ ਅਤੇ ਮੁੰਡੇ ਨੂੰ ਧੂ ਕੇ ਅੱਡ ਕਰਨ ਲੱਗੇ। ਦਾਰਾ ਨੇ ਹੰਝੂ ਪੂੰਝ ਕੇ ਲਿਲਕੜੀ ਲਈ ਕਿ ਉਸ ਦੀ ਇਹ ਅਰਜ਼ੋਈ ਸੀ ਕਿ ਸਿਪਹਰ ਨੂੰ ਉਸ ਦੇ ਕੋਲ ਹੀ ਰਹਿਣ ਦਿੱਤਾ ਜਾਵੇ ਅਤੇ ਉਸ ਦੇ ਭਰਾ ਔਰੰਗਜ਼ੇਬ ਪਾਸ ਲੈ ਜਾਣ। ਗੁਲਾਮਾਂ ਕਿਹਾ ਕਿ ਅਸੀਂ ਕਿਸੇ ਦੇ ਕਾਸਿਦ ਨਹੀਂ ਹਾਂ ਜੋ ਸੁਨੇਹੇ ਲਿਜਾਂਦੇ ਫਿਰੀਏ, ਅਸੀਂ ਤਾਂ ਹੁਕਮ ਦੀ ਤਮੀਲ ਕਰਨ ਆਏ ਹਾਂ। ਫਿਰ ਸਾਰੇ ਇੱਕੇ ਵਾਰ ਲਪਕੇ ਅਤੇ ਸਿਪਹਰ ਨੂੰ ਧੂ ਕੇ ਅੱਡ ਕੀਤਾ ਅਤੇ ਦੂਜੇ ਕਮਰੇ ਵਿੱਚ ਲੈ ਗਏ। ਦਾਰਾ ਨੂੰ ਦਿਸਦਾ ਸੀ ਕਿ ਹੁਣ ਆਖਰੀ ਵਕਤ ਆ ਗਿਆ ਹੈ।
ਉਸ ਨੇ ਇਸ ਵੇਲੇ ਇੱਕ ਚਾਕੂ ਲੁਕਾ ਕੇ ਸਿਰਹਾਣੇ ਵਿੱਚ ਰੱਖਿਆ ਸੀ। ਉਸ ਦਾ ਉਛਾੜ ਪਾੜ ਕੇ ਉਹ ਚਾਕੂ ਕੱਢਿਆ ਅਤੇ ਜੋ ਗੁਲਾਮ ਉਸਨੂੰ ਫੜਨ ਲਈ ਨਜ਼ਦੀਕ ਆ ਚੁੱਕਾ ਸੀ ਉਸ ਦੇ ਸੀਨੇ ਵਿੱਚ ਖੋਭ ਦਿੱਤਾ। ਚਾਕੂ ਹੱਡੀ ਵਿੱਚ ਫਸ ਗਿਆ ਅਤੇ ਬਾਹਰ ਨਾ ਨਿਕਲਿਆ। ਚਾਕੂ ਛੱਡ ਕੇ ਦਾਰਾ ਦੂਜੇ ਗੁਲਾਮ ਦੇ ਹੱਥੀਂ ਪੈ ਕੇ ਅਤੇ ਘਸੁੰਨ ਮੁੱਕੀ ਚਲਾਉਣ ਲੱਗਾ। ਉਹਨਾਂ ਸਾਰਿਆਂ ਪੈ ਕੇ ਉਸਨੂੰ ਕਾਬੂ ਕਰ ਲਿਆ। ਸਾਰਾ ਸਮਾਂ ਸਿਪਹਰ ਦੀਆਂ ਡਾਢਾਂ ਉਸਦੇ ਬਾਪ ਦੇ ਕੰਨੀ ਪੈ ਰਹੀਆਂ ਸਨ। ਫਿਰ ਪਲ ਭਰ ਬਾਅਦ ਕਮਰੇ ਵਿੱਚ ਚੁੱਪ-ਚਾਂ ਹੋ ਗਈ। ਖੂਨੀਆਂ ਦੀਆਂ ਤਲਵਾਰਾਂ ਨੇ ਦਾਰਾ ਦਾ ਖਾਤਮਾ ਕਰ ਦਿੱਤਾ ਸੀ। ਉਸ ਦੀ ਸਿਰੋਂ ਬਗੈਰ ਲਾਸ਼ ਕਮਰੇ ਵਿੱਚ ਖੂਨ ਦੇ ਛੱਪੜ ਵਿੱਚ ਪਈ ਹੋਈ ਸੀ। ਬਾਦਸ਼ਾਹ ਦੀ ਤਸੱਲੀ ਲਈ ਦਾਰਾ ਦਾ ਸਿਰ ਉਸਦੇ ਪਾਸ ਲਿਆਂਦਾ ਗਿਆ। ਉਸ ਨੇ ਸਿਰ ਫੜ ਕੇ ਇਹ ਕਹਿ ਦਿੱਤਾ ਕਿ ਐ ਬਦਬਖ਼ਤ, ਤੇਰਾ ਮੂੰਹ ਤਾਂ ਮੈਂ ਜਿਉਂਦੇ ਦਾ ਵੀ ਨਹੀਂ ਵੇਖਣਾ ਚਾਹੁੰਦਾ, ਮਰੇ ਦਾ ਕੀ ਵੇਖਣਾ ਹੈ। ਸਿਰ ਥੱਲੇ ਸੁੱਟ ਦਿੱਤਾ। ਸਿਪਹਰ ਸ਼ਿਕੋ ਦੀ ਮਾਸੂਮੀਅਤ ਅਤੇ ਖੂਬਸੂਰਤੀ ਵੇਖ ਕੇ ਜਲਾਦਾਂ ਦਾ ਵੀ ਦਿਲ ਭਰ ਆਇਆ। ਚਾਹਿਆ ਕਿ ਇਸ ਨੂੰ ਜੇਲ੍ਹ ਵਿੱਚੋਂ ਭਜਾ ਦਿੱਤਾ ਜਾਵੇ, ਪਰ ਦੂਜੇ ਪਲ ਇਸ ਖਿਆਲ ਨਾਲ ਕਿ ਔਰੰਗਜ਼ੇਬ ਇਹ ਮੰਨਣ ਵਾਲਾ ਨਹੀਂ ਅਤੇ ਘਾਣ ਬੱਚਾ ਪਿੜਵਾ ਦੇਵੇਗਾ, ਇਸ ਖਿਆਲ ਤੋਂ ਬਾਜ਼ ਰਹੇ। ਫਿਰ ਉਹਨਾਂ ਖੰਜਰਾਂ ਨਾਲ ਇਹ ਹੀਰੇ ਵਰਗਾ ਯੂਸਫ ਸਾਨੀ ਕੋਹ ਸੁੱਟਿਆ। ਔਰੰਗਜ਼ੇਬ ਦੀ ਗੱਦੀ ਪੱਕੀ ਅਤੇ ਇਸਲਾਮ ਦਾ ਭਲਾ ਕਰਨ ਲਈ ਇਹਨਾਂ ਬਾਪ ਬੇਟੇ ਦੇ ਪਿੱਛੋਂ ਦੂਜੇ ਦੋ ਭਰਾ ਮੁਰਾਦ ਅਤੇ ਸੁਜਾਅ ਨੂੰ ਵੀ ਖਪਾ ਦਿੱਤਾ। ਦਾਰਾ ਦਾ ਵੱਢਿਆ ਹੋਇਆ ਸਿਰ ਰੇਸ਼ਮੀ ਰੁਮਾਲਾਂ ਵਿੱਚ ਲਪੇਟ ਕੇ ਤੋਹਫ਼ੇ ਵਜੋਂ ਬਾਪ ਸ਼ਾਹ ਜਹਾਨ ਨੂੰ ਭੇਜਿਆ ਗਿਆ। ਦਾਰਾ ਦੀ ਬੇਸਿਰ ਲਾਸ਼ ਦਾ ਦੂਸਰੀ ਵਾਰੀ ਹਾਥੀ ਉੱਤੇ ਰੱਖ ਕੇ ਜਲੂਸ ਸਾਰੇ ਸ਼ਹਿਰ ਵਿੱਚ ਕੱਢਿਆ ਗਿਆ। ਫਿਰ ਬਗੈਰ ਰਸਮੀ ਗੁਲਸ ਭਾਵ ਨਹਾਉਣ ਦੇ ਬਿਨਾਂ ਕਫਨ ਦੇ ਹਮਾਯੂ ਦੇ ਮਕਬਰੇ ਅੰਦਰ ਇੱਕ ਕੋਠੜੀ ਵਿੱਚ ਦਬਾ ਦਿੱਤਾ। ਜਿਸ ਰਾਜ ਦੀ ਪਕਿਆਈ ਲਈ ਔਰੰਗਜ਼ੇਬ ਨੇ ਭਰਾਵਾਂ ਭਤੀਜਿਆਂ ਦਾ ਖੂਨ ਡੋਲਿਆ ਸੀ ਅਤੇ ਪਿਓ ਨੂੰ ਕੈਦ ਵਿੱਚ ਰੋਲ ਮਾਰਿਆ ਸੀ, 22 ਸਤੰਬਰ 1857 ਨੂੰ ਦਾਰਾ ਦੀ ਕਬਰ ਦੇ ਲਾਗੇ ਹੀ ਦਿੱਲੀ ਦੇ ਆਖਰੀ ਤਾਜਦਾਰ ਦੇ ਪੁੱਤ ਅਤੇ ਪੋਤੇ ਸ਼ਹਿਜ਼ਾਦਾ ਮਿਰਜ਼ਾ ਮੁਗਲ, ਮਿਰਜ਼ਾ ਕੁਰੈਸ ਸੁਲਤਾਨ ਅਤੇ ਮਿਰਜ਼ਾ ਅਬੂ ਬਖ਼ਤ ਨੂੰ ਮੇਜਰ ਹਡਸਨ ਨੇ, ਜਦ ਕਿ ਦਾਰਾ ਵਾਂਗ ਹੀ ਉਹ ਰੋ ਕੁਰਲਾ ਅਤੇ ਚਿਲਚਿਲਾ ਰਹੇ ਸਨ ਅਤੇ ਜਾਨ ਬਖਸ਼ੀ ਲਈ ਵਿਰੜੇ ਕਰ ਰਹੇ ਸਨ, ਗੋਲੀਆਂ ਨਾਲ ਉਡਾ ਕੇ ਸ਼ਹਿਨਸ਼ਾਹੀਅਤ ਨੂੰ ਉਹਨਾਂ ਦੀ ਨਸਲ ਚੋਂ ਹੀ ਅਲੋਪ ਕਰ ਦਿੱਤਾ। ਦੂਜੀ ਨਦੀ ਵਿੱਚ ਪਰਜਾ ਦਾ ਖੂਨ ਠਾਠਾਂ ਮਾਰਦਾ ਹੋਇਆ ਵਗਦਾ ਹੈ। ਪਹਿਲੀ ਨਦੀ ਰਾਜ ਦੀ ਪ੍ਰਾਪਤੀ ਲਈ ਵਗੀ ਅਤੇ ਦੂਜੀ ਰਾਜ ਦੀ ਪਕਿਆਈ ਅਤੇ ਇਸਲਾਮ ਦੀ ਸੇਵਾ ਹਿੱਤ ਚੱਲਦੀ ਰਹੀ। ਔਰੰਗਜ਼ੇਬ ਦੇ ਤਖ਼ਤ ਉੱਤੇ ਬਹਿਣ ਸਮੇਂ ਅਤੇ ਪਿੱਛੋਂ ਇਹ ਦਰਿਆ ਆਪਣੇ ਜੋਬਨ ਵਿੱਚ ਵਗੇ। ਔਰੰਗਜ਼ੇਬ ਦੀ ਮੌਤ ਅਤੇ ਫਿਰ ਬਹਾਦਰ ਸ਼ਾਹ ਦੇ ਕਾਲ ਵੱਸ ਹੋ ਜਾਣ ਤੇ ਇਹਨਾਂ ਵਿੱਚ ਹੜ੍ਹ ਆ ਗਿਆ। ਬਹਾਦਰ ਸ਼ਾਹ, ਜਿਸ ਨੇ ਸਿੱਖਾਂ ਦੀ ਸਹਾਇਤਾ ਨਾਲ ਰਾਜ ਪ੍ਰਾਪਤ ਕੀਤਾ ਸੀ, ਨੇ ਇਸ ਨਦੀ ਨੂੰ ਇਸ ਤਰ੍ਹਾਂ ਹੜ੍ਹ ਵਾਲੀ ਹਾਲਤ ਵਿੱਚ ਰੱਖਿਆ ਕਿ ਮੁਹੰਮਦ ਸ਼ਾਹ ਦੀ ਮੌਤ ਤੋਂ ਪਿੱਛੋਂ ਵੱਡੇ ਘੱਲੂਘਾਰੇ ਤੱਕ ਇਸ ਨਦੀ ਵਿੱਚ ਨਿਰੋਲ ਸਿੱਖਾਂ ਦਾ ਹੀ ਖੂਨ ਵਹਿੰਦਾ ਰਿਹਾ। ਪਹਿਲੋਂ ਸੁਲਤਾਨ ਇਬਰਾਹਿਮ ਲੋਧੀ ਦੇ ਰਾਜਕਾਲ ਸਮੇਂ ਉਸ ਦੇ ਦੋਖੀਆਂ ਨੇ ਗੱਦਾਰੀ ਵੱਸ ਹੋ ਕੇ ਸਾਜ਼ਿਸ਼ ਰਚੀ। 18 ਭਾਰਤੀ ਸਪੂਤ ਖੁਫੀਆ ਤੌਰ ਤੇ ਅਫਗਾਨਿਸਤਾਨੋਂ ਅੱਗੇ ਫਰਗਾਨਾ ਦੀ ਜੂਹ ਵਿੱਚ ਬਾਬਰ ਪਾਸ ਪਹੁੰਚੇ। ਉਸ ਨੂੰ ਹਿੰਦੁਸਤਾਨ ਉੱਤੇ ਤਟ-ਫਟ ਹਮਲੇ ਲਈ ਅਰਜ਼ੋਈ ਕੀਤੀ ਅਤੇ ਨਾਲ ਹੀ ਹਮਲੇ ਸਮੇਂ ਹਰ ਤਰ੍ਹਾਂ ਦੀ ਅੰਦਰੂਨੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਇਬਰਾਹਿਮ ਦੇ ਰਾਜ ਪ੍ਰਬੰਧ ਸੰਬੰਧੀ ਉਹ ਸਾਰੇ ਭੇਤ ਉਸ ਦੀ ਝੋਲੀ ਵਿੱਚ ਪਾ ਦਿੱਤੇ ਜੋ ਉਸ ਦੀ ਜਿੱਤ ਨੂੰ ਯਕੀਨੀ ਬਣਾਉਂਦੇ ਸਨ। ਬਾਬਰ, ਜੋ 2 ਸਾਲ ਤੋਂ ਨੰਗੇ ਪੈਰੀਂ ਭੁੱਖਾ ਧਿਆਇਆ ਆਪਣੇ ਵਤਨ ਵਿੱਚ ਆਪਣੇ ਹੱਕਾਂ ਲਈ ਲੜ ਮਰ ਰਿਹਾ ਸੀ ਅਤੇ ਸਫਲਤਾ ਅਜੇ ਦੂਰ ਦਿਸਦੀ ਸੀ, ਨੇ ਇਸ ਨੂੰ ਰੱਬੀ ਰਹਿਮਤ ਸਮਝਿਆ ਅਤੇ ਮੌਕਾ ਸੰਭਾਲਿਆ। ਹਿੰਦੁਸਤਾਨੀ ਵਫਦ ਨੂੰ ਆਕਰਮਣ ਦਾ ਭਰੋਸਾ ਦੇ ਕੇ ਤੋਰ ਦਿੱਤਾ। ਬਾਬਰ ਨੇ ਤਿਆਰੀ ਵਿੱਚ ਬਹੁਤਾ ਸਮਾਂ ਨਹੀਂ ਲਾਇਆ। ਜਿਹੜਾ ਦੇਸ਼ ਧਾੜਵੀ ਨੂੰ ਆਪੋ ਵਾਜਾਂ ਮਾਰ ਸੱਦਦੇ, ਉਹਨੂੰ ਜਿੱਤਣ ਲਈ ਕਿੰਨੀ ਕੁ ਤਿਆਰੀ ਦੀ ਲੋੜ ਹੁੰਦੀ ਹੈ। ਮਹੀਨਿਆਂ ਵਿੱਚ ਹੋਣ ਵਾਲੀ ਤਿਆਰੀ ਦਿਨਾਂ ਵਿੱਚ ਕਰਕੇ ਸਿੰਧ ਨਦੀ ਆਣ ਟੱਪਿਆ।
ਪੰਜਾਬ ਵਿੱਚ ਦੀ ਲੰਘਿਆ ਅਤੇ ਤਬਾਹੀ ਬਰਬਾਦੀ ਫੈਲਾਉਂਦਾ ਹੋਇਆ ਦਿੱਲੀ ਵੱਲ ਵਧਿਆ। ਇੰਨੀ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਸਨ। ਉਹਨਾਂ ਮੌਤ ਦਾ ਨੰਗਾ ਨਾਚ ਤੱਕਿਆ। ਬੱਚਾ ਬੁੱਢਾ ਜਵਾਨ ਜੋ ਕਾਬੂ ਆਇਆ, ਸੁੱਕਾ ਨਾ ਛੱਡਿਆ। ਅਬਲਾਵਾਂ ਦੀ ਬੇਪਤੀ ਹੋਈ। ਹਿੰਦੂ ਅਤੇ ਮੁਸਲਮਾਨ ਔਰਤਾਂ ਨਾਲ ਇੱਕੋ ਜਿਹਾ ਭੈੜਾ ਸਲੂਕ ਹੋਇਆ। ਸਾਧੂ ਮਹਾਤਮਾ ਅਤੇ ਪੀਰ ਫਕੀਰ ਵੀ ਨਾ ਬਚ ਸਕੇ। ਗੁਰੂ ਨਾਨਕ ਦੇਵ ਜੀ ਨੇ ਮਜ਼ਲੂਮਾਂ ਦੀ ਮੰਦੀ ਹਾਲਤ ਵੇਖ ਕੇ ਬਾਬਰਗਰਦੀ ਵਿਰੁੱਧ ਨਾਅਰਾ ਮਾਰਿਆ। ਪਾਪ ਕੀ ਜੰਝ ਲੈ ਕਾਬਲ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਅਕਾਲ ਪੁਰਖ ਦੇ ਹਜੂਰ ਜਨਤਾ ਵੱਲੋਂ ਕੀਤੀ ਜਾ ਰਹੀ ਰੋਸ ਭਰੀ ਫਰਿਆਦ ਦੱਸੀ। ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਪਾਣੀਪਤ ਦੇ ਮੈਦਾਨ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਇਬਰਾਹਿਮ ਲੋਧੀ ਅਤੇ ਬਾਬਰ ਦੀਆਂ ਫੌਜਾਂ ਭਿੜੀਆਂ। ਇਬਰਾਹਿਮ ਲੋਧੀ ਮਾਰਿਆ ਗਿਆ ਅਤੇ ਹਿੰਦੁਸਤਾਨ ਦਾ ਰਾਜ ਭਾਗ ਮੁਗਲਾਂ ਸਾਂਭ ਲਿਆ। ਮੁਗਲ ਰਾਜ ਪਾਪ ਦੀ ਜੰਝ ਦੀ ਸਹਾਇਤਾ ਨਾਲ ਸਥਾਪਿਤ ਹੋਇਆ। ਭੰਗ, ਅਫੀਮ, ਸ਼ਰਾਬ ਅਤੇ ਜਸ਼ਨਾਂ ਦਾ ਰਸੀਆ ਬਾਬਰ ਪੱਕਾ ਮੁਸਲਮਾਨ ਸੀ। ਇਸਲਾਮ ਦੇ ਵਾਧੇ ਲਈ ਯਥਾ ਸ਼ਕਤੀ ਉਪਰਾਲਾ ਸੀ। ਮੰਦਰ ਢੱਠਦੇ ਰਹੇ ਅਤੇ ਮਸਜਿਦਾਂ ਉਸਰਦੀਆਂ ਰਹੀਆਂ। ਪਰ ਇਸ ਦੇ ਨਾਲ ਇੱਕ ਅਨੋਖਾ ਪੱਖ ਵੀ ਮੰਨਣਾ ਪਵੇਗਾ ਕਿ ਬਾਬਰ ਦੇ ਰਾਜਕਾਲ ਵਿੱਚ ਕੱਠ ਮੂਲਾਵਾਦ ਹਾਵੀ ਨਹੀਂ ਸੀ। ਉਸ ਨੇ ਇਸਲਾਮ ਦਾ ਵਾਧਾ ਇਸ ਢੰਗ ਨਾਲ ਕੀਤਾ ਜਿਸ ਵਿੱਚ ਤਲਵਾਰ ਨੂੰ ਬਹੁਤ ਘੱਟ ਦਖਲ ਸੀ। ਕੱਟੜਪੰਥੀ ਮੁਲਾਣਿਆਂ ਦੀ ਜ਼ੁਬਾਨ ਵੀ ਬੰਦ ਰੱਖੀ ਅਤੇ ਹਿੰਦੂ ਪਰਜਾ ਨੂੰ ਔਰੰਗਜ਼ੇਬ ਵਾਂਗ ਜਿੱਚ ਨਹੀਂ ਕੀਤਾ ਕਿ ਚਫੇਰਿਓਂ ਹਾਹਾਕਾਰ ਮਚ ਉੱਠੇ। ਮੁਸਲਮਾਨ ਬਾਦਸ਼ਾਹ ਨੂੰ ਰੱਬ ਦੇ ਭੈ ਤੇ ਪਰਜਾ ਦੇ ਸੁੱਖ ਨਾਲੋਂ ਮੁਲਾਣਿਆਂ ਮੁਫਤੀਆਂ ਦੀ ਖੁਸ਼ਨੂਦੀ ਦੀ ਬਹੁਤੀ ਚਿੰਤਾ ਰਹਿੰਦੀ ਸੀ। ਬਾਬਰ ਤੋਂ ਪਿੱਛੋਂ ਉਸ ਦਾ ਪਲੇਠੀ ਦਾ ਪੁੱਤ ਹਮਾਯੂ ਤਖ਼ਤ ਦਾ ਵਾਰਿਸ ਬਣਿਆ। ਪਰ ਬਾਬਰ ਵਾਂਗ ਹਠ ਅਤੇ ਜੇਰਾ ਇਸ ਵਿੱਚ ਨਹੀਂ ਸੀ। ਜਦ ਸ਼ੇਰ ਸ਼ਾਹ ਨੇ ਇਸ ਨੂੰ ਮੁਲਕੋਂ ਕੱਢ ਦਿੱਤਾ ਤਾਂ ਨੱਸਿਆ ਜਾਂਦਾ ਗੋਇੰਦਵਾਲ ਦਾ ਪਤਨ ਟੱਪ ਕੇ ਮੁੱਖ ਰਾਹੋਂ ਹਟ ਕੇ ਖਡੂਰ ਸਾਹਿਬ ਵੱਲ ਨੂੰ ਹੋ ਗਿਆ। ਗੁਰੂ ਨਾਨਕ ਦੀ ਦੂਜੀ ਜੋਤ ਸ੍ਰੀ ਗੁਰੂ ਅੰਗਦ ਦੇਵ ਤੋਂ ਆਸ਼ੀਰਵਾਦ ਦੀ ਆਸ ਅਤੇ ਤਮੰਨਾ ਸੀ। ਪਰ ਸਿਰ ਵਿੱਚ ਪਾਤਸ਼ਾਹੀ ਜਾਹੋ ਜਲਾਲ ਦਾ ਫਤੂਰ ਅਜੇ ਵੀ ਕਾਇਮ ਸੀ। ਭਾਵੇਂ ਪਾਤਸ਼ਾਹੀ ਤੋਂ ਹੱਥ ਧੋ ਬੈਠਾ ਅਤੇ ਮੈਦਾਨ ਵਿੱਚੋਂ ਭਗੌੜਾ ਹੋ ਤੁਰਿਆ ਸੀ। ਗੁਰੂ ਜੀ ਆਪਣੇ ਮਾਲਕ ਦੇ ਸਿਮਰਨ ਵਿੱਚ ਲੀਨ ਸਨ। ਨਾ ਉੱਠੇ। ਫੋਕੀ ਮਾਣ ਵਡਿਆਈ ਦੀ ਭਾਵਨਾ ਵਸ ਹਮਾਯੂ ਨੇ ਆਪਣੀ ਹੱਤਕ ਸਮਝੀ ਅਤੇ ਤਲਵਾਰ ਖਿੱਚ ਲਈ। ਐ ਹਿੱਲ ਬੈਠੇ, ਸਤਿਗੁਰ ਜੀ ਨੇ ਕਿਹਾ। ਮੈਦਾਨ ਵਿੱਚ ਲੋੜ ਵੇਲੇ ਇਹ ਤਲਵਾਰ ਕਿੱਧਰ ਗਈ ਸੀ। ਸੁਣ ਕੇ ਤਲਵਾਰ ਅਤੇ ਸਿਰ ਆਪਣੇ ਆਪ ਝੁਕ ਗਿਆ। ਗੋਡਿਆਂ ਭਾਰ ਹੋ ਕੇ ਭੁੱਲ ਬਖਸ਼ਾਈ ਅਤੇ ਅਸੀਸ ਲਈ ਖੁੱਸੇ ਰਾਜ ਦੀ ਜੋਦੜੀ ਕੀਤੀ। ਗੁਰੂ ਜੀ ਨੇ ਮੁਸਕਰਾ ਕੇ ਅਸੀਸ ਦਿੰਦਿਆਂ ਕਿਹਾ, ਜਾ ਧੀਰਜ ਰੱਖ, ਸਮਾਂ ਪਾ ਕੇ ਮਿਲ ਜਾਵੇਗਾ। ਸਮਾਂ ਪਾ ਕੇ ਰਾਜ ਵਾਪਸ ਮਿਲ ਗਿਆ। ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਤਲਵਾਰ ਚੁੱਕਣ ਵਾਲੇ ਨੂੰ ਵੀ ਮੂੰਹ ਮੰਗੀ ਮੁਰਾਦ ਮਿਲਦੀ ਹੈ। ਹਮਾਯੂ ਦੇ ਸਮੇਂ ਵਿੱਚ ਵੀ ਦਰਬਾਰ ਦੇ ਕਾਰ ਵਿਹਾਰ ਤੇ ਵਿਸ਼ੇਸ਼ ਅਸਰ ਸੀ। ਰਾਜ ਪ੍ਰਾਪਤੀ ਤੋਂ ਬਾਅਦ ਹਮਾਯੂ ਬਹੁਤੀ ਦੇਰ ਜਿਉ ਨਾ ਸਕਿਆ। ਇੱਕ ਸ਼ਾਮ ਆਪਣੇ ਕੁਤਬਖਾਨੇ ਦੀਆਂ ਪੌੜੀਆਂ ਤੋਂ ਡਿੱਗ ਕੇ ਦਮ ਤੋੜ ਦਿੱਤਾ। ਕਿਹਾ ਜਾ ਸਕਦਾ ਕਿ ਇਸ ਦਾ ਸਮਾਂ ਪਰਜਾ ਵਾਸਤੇ ਦੁਖਦਾਈ ਨਹੀਂ ਸੀ। ਕੱਠ ਮੂਲੇ ਇਸ ਹੱਥੋਂ ਪਰਜਾ ਦਾ ਖੂਨ ਨਹੀਂ ਡੁਲਾ ਸਕੇ। ਹੁਣ ਰਾਜਗੱਦੀ ਤੇ ਬਾਬਰ ਦਾ ਪੋਤਾ ਅਕਬਰ ਬੈਠਾ। ਅਕਬਰ ਦਾ ਸਮਾਂ ਗੈਰ ਮੁਸਲਮਾਨਾਂ ਵਾਸਤੇ ਬਿਲਕੁਲ ਸੁਖਾਵਾਂ ਅਤੇ ਅਮਨ ਅਮਾਨ ਵਾਲਾ ਸੀ। ਮੁਸਲਮਾਨ ਸੂਫੀ ਸੰਤਾਂ ਦੀ ਵਿਚਾਰਧਾਰਾ ਅਤੇ ਆਲਮ ਬਰਦਾਰ ਸੰਤ ਮੀਆਂ ਮੀਰ ਦਾ ਅਕਬਰ ਦੇ ਦਰਬਾਰ ਵਿੱਚ ਬੜਾ ਆਦਰ ਮਾਣ ਸੀ ਅਤੇ ਉਹਨਾਂ ਦਾ ਬੜਾ ਅਸਰ ਵੀ ਮੰਨਿਆ ਜਾਂਦਾ ਸੀ। ਭਾਵੇਂ ਮੁਲਾਣਿਆਂ ਮੌਲਵੀਆਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ, ਪਰ ਉਹ ਅੰਦਰੋਂ ਅੰਦਰੀ ਵਿਉ ਘੋਲੀ ਜਾਂਦੇ। ਮੀਆਂ ਮੀਰ ਅਤੇ ਅਬੁਲ ਫਜ਼ਲ ਦੇ ਹੁੰਦਿਆਂ ਉਹਨਾਂ ਦਾ ਕੋਈ ਅਸਰ ਬਣ ਜਾਵੇ ਬਿਲਕੁਲ ਅਸੰਭਵ ਸੀ। ਅੰਨੇ ਕੱਟੜਪੁਣੇ ਅਤੇ ਤਵੱਸਵ ਦਾ ਮੋਢੀ ਖਵਾਜਾ ਬਾਕੀ ਬਿੱਲਾ ਦਹਿਲਵੀ ਸੀ। ਉਸ ਨੇ ਅੱਗੇ ਆਪਣੇ ਵਰਗੀ ਵਿਉ ਦੀ ਗੰਦਲ ਪੈਦਾ ਕੀਤੀ ਜੋ ਸ਼ੇਖ ਅਹਿਮਦ ਸਰਹੰਦੀ, ਨਕਸ਼ਬੰਦੀ, ਮੁਜੱਦ ਅਲਫਸਾਨੀ ਦੇ ਨਾਉਂ ਨਾਲ ਜਾਣਿਆ ਜਾਂਦਾ ਹੈ।
ਅਕਬਰ ਦੀ ਖੁੱਲ੍ਹ ਦਿਲੀ ਅਤੇ ਹਿੰਦੂਆਂ ਮੁਸਲਮਾਨਾਂ ਨੂੰ ਇੱਕ ਅੱਖ ਨਾਲ ਵੇਖਣ ਅਤੇ ਉਸ ਦੇ ਦੀਨੇ ਇਲਾਹੀ ਦੇ ਕਾਰਨ ਅਕਬਰ ਦਾ ਵੱਡਾ ਵਿਰੋਧੀ ਇਹੋ ਸੀ। ਸੁੰਨੀ ਮੁਸਲਮਾਨ ਤੋਂ ਬਿਨਾਂ ਦੂਜੇ ਫਿਰਕਿਆਂ ਦੇ ਮੁਸਲਮਾਨ ਵੀ ਇਸ ਨੂੰ ਪਸੰਦ ਨਹੀਂ ਸਨ। ਗੈਰ ਮੁਸਲਮਾਨਾਂ ਨੂੰ ਤਾਂ ਜਿਉਂਦਿਆਂ ਹੀ ਦੋਜ਼ਖ ਦੀ ਭੱਠੀ ਵਿੱਚ ਝੋਖਣ ਲਈ ਨਿੱਤ ਤਤਪਰ ਰਹਿੰਦਾ ਸੀ। ਅਕਬਰ ਦੇ ਦੌਰ ਦੇ ਆਖਰੀ 6 ਸਾਲਾਂ ਨੂੰ ਛੱਡ ਕੇ ਬਾਕੀ ਸਮੇਂ ਵਿੱਚ ਇਸ ਦੀ ਕੋਈ ਦਾਲ ਨਾ ਗਲੀ। ਇਨ੍ਹਾਂ ਪਿਛਲੇ ਸਾਲਾਂ ਵਿੱਚ ਜਦ ਕਿ ਅਕਬਰ ਬੁੱਢਾ ਹੋ ਚੁੱਕਾ ਸੀ, ਸ਼ਹਿਜ਼ਾਦਾ ਸਲੀਮ ਜੋ ਪਿੱਛੋਂ ਜਹਾਂਗੀਰ ਦੇ ਨਾਂ ਨਾਲ ਪ੍ਰਸਿੱਧ ਹੋਇਆ, ਇਸ ਕੱਟੜ ਮੁਲਾਣੇ ਦੇ ਟੇਟੇ ਚੜ੍ਹ ਗਿਆ। ਜਿਹੜੇ ਕੱਟੜ ਕਿਸਮ ਦੇ ਮਨਸਬਦਾਰ ਸਨ ਅਤੇ ਇਸ ਦੀ ਪਹੁੰਚ ਵਿੱਚ ਸਨ, ਉਹਨਾਂ ਨੂੰ ਇਸ ਨੇ ਚਿੱਠੀਆਂ ਲਿਖ ਲਿਖ ਕੇ ਇਸਲਾਮ ਦਾ ਰੁੜ੍ਹਦਾ ਬੇੜਾ ਬਚਾਉਣ ਦੇ ਵਾਸਤੇ ਪਾ ਪਾ ਕੇ ਆਪਣੇ ਅਸਰ ਥੱਲੇ ਲਿਆਂਦਾ, ਤਾਂ ਕਿ ਉਹ ਹਰ ਪਲ ਬਾਦਸ਼ਾਹ ਦੇ ਲਾਗੇ ਹੋਣ ਕਾਰਨ ਉਸ ਨੂੰ ਉਹਨਾਂ ਸਾਰੀਆਂ ਗੱਲਾਂ ਤੋਂ ਪਿਛਾਂਹ ਹਟਾ ਲੈਣ ਜਿਨ੍ਹਾਂ ਦੀ ਅਕਬਰ ਨੇ ਖੁੱਲ੍ਹ ਦਿੱਤੀ ਹੋਈ ਸੀ। ਅਕਬਰ ਦੇ ਵਿਰੁੱਧ ਉਸ ਦੇ ਮਨ ਵਿੱਚ ਘਿਰਣਾ ਪੈਦਾ ਕੀਤੀ ਜਾਵੇ। ਚਾਲਾਂ ਸਫਲ ਹੋਈਆਂ। ਸ਼ਹਿਜ਼ਾਦਾ ਸਲੀਮ ਨੂੰ ਪਿਓ ਨਾਲੋਂ ਪਾੜ ਲਿਆ ਗਿਆ। ਸਲੀਮ ਦੇ ਲੱਛਣ ਚੰਗੇ ਨਾ ਹੋਣ ਕਰਕੇ ਅਕਬਰ ਉਸ ਦੇ ਪੁੱਤ ਖੁਸਰੋ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਸੀ ਅਤੇ ਉਸ ਦੀ ਹਰ ਪੱਖੋਂ ਦੇਖਭਾਲ ਕਰ ਰਿਹਾ ਸੀ ਤਾਂ ਕਿ ਸਮਾਂ ਕਰੀਬ ਹੋਣ ਕਰਕੇ ਰਾਜ ਉਸ ਨੂੰ ਦਿੱਤਾ ਜਾਵੇ। ਅਕਬਰ ਦੇ ਇਸ ਇਰਾਦੇ ਨੂੰ ਸ਼ੇਖ ਸਰਹੰਦੀ ਨੇ ਖੂਬ ਵਰਤਿਆ। ਮੱਛੀ ਦੇ ਗਲ ਵਿੱਚ ਫਸੇ ਕਾਂਟੇ ਵਾਂਗ ਰਾਜ ਦੇ ਲਾਲਚ ਦਾ ਕੰਡਾ ਸਲੀਮ ਦੇ ਹਲਕ ਵਿੱਚ ਚੰਗੀ ਤਰ੍ਹਾਂ ਫਸਾ ਦਿੱਤਾ। ਰਾਜ ਦਾ ਲਾਲਚ ਕੰਗਲੇ ਨੂੰ ਵੀ ਉਤੇਜਿਤ ਕਰ ਦਿੰਦਾ ਹੈ। ਸਲੀਮ ਤਾਂ ਸੰਸਾਰ ਦੇ ਸ਼ਕਤੀਸ਼ਾਲੀ ਸਮਰਾਟ ਦਾ ਪੁੱਤ ਸੀ ਅਤੇ ਪੁੱਤ ਵੀ ਇਕਲੌਤਾ। ਭਲਾ ਉਸ ਦਾ ਹੱਕ ਕੌਣ ਦਿਵਾਵੇ? ਸਲੀਮ ਨੂੰ ਹੋਰ ਵੀ ਉਕਸਾਇਆ ਗਿਆ ਅਤੇ ਹਿੰਦੁਸਤਾਨ ਦਾ ਰਾਜ ਖੁਸਰੋ ਪਾਸ ਜਾਣਾ ਇਸਲਾਮ ਲਈ ਹਾਨੀਕਾਰਕ ਹੋਵੇਗਾ। ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣ ਲਈ ਵੱਡੇ ਵੱਡੇ ਫੌਜੀ ਅਫਸਰਾਂ ਦੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਸਲੀਮ ਪਾਸੋਂ ਵੀ ਇਸ ਕਿਸਮ ਦੀ ਸਹਿਮਤੀ ਲਈ ਗਈ ਕਿ ਰਾਜ ਸੱਤਾ ਹੱਥ ਵਿੱਚ ਆਉਂਦਿਆਂ ਹੀ ਦਿੱਤੀ ਗਈ ਸੂਚੀ ਮੁਤਾਬਕ ਫਲਾਣੇ ਫਲਾਣੇ ਆਦਮੀ ਬਾਦਸ਼ਾਹਤ ਦੀ ਪਕਿਆਈ ਅਤੇ ਇਸਲਾਮ ਦੇ ਵਾਧੇ ਲਈ ਮਾਰੇ ਜਾਣੇ ਅਤੀ ਜ਼ਰੂਰੀ ਹਨ। ਇਸ ਸੂਚੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਨਾਮ ਸਭ ਤੋਂ ਉੱਪਰ ਸੀ। ਅਕਬਰ ਦੇ ਜਿਉਂਦਿਆਂ ਸ਼ੇਖ ਸਰਹੰਦੀ ਕੁਜੀ ਵਿੱਚ ਪਾਇਆ ਡੱਕਿਆ ਰਿਹਾ। ਉਸ ਦੇ ਹੁੰਦਿਆਂ ਇਸ ਦੇ ਤੁਅੱਸਬ ਦੀ ਕੋਈ ਵਟਤ ਨਹੀਂ ਸੀ, ਸੋ ਅਕਬਰ ਨੂੰ ਜ਼ਹਿਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਗਿਆ। ਸ਼ਾਹੀ ਤਬੀਬਾਂ ਨੇ ਵੇਲੇ ਸਿਰ ਸੰਭਾਲ ਲਿਆ। ਅਕਬਰ ਬਚ ਗਿਆ। ਦਰਬਾਰੀਆਂ ਵਿੱਚ ਸਭ ਤੋਂ ਵੱਡਾ ਨਿਸ਼ਾਨਾ ਅਬੁਲ ਫਜ਼ਲ ਸੀ। ਇਸ ਦੇ ਹੁੰਦਿਆਂ ਸ਼ੇਖ ਸਰਹੰਦੀ ਦਾ ਦੀਵਾ ਬਲਣਾ ਔਖਾ ਸੀ। ਸਾਜ਼ਿਸ਼ ਕਰਕੇ ਇਸ ਨੂੰ ਸਲੀਮ ਨੇ ਜਦ ਇੱਕ ਬਾਦਸ਼ਾਹੀ ਹੁਕਮ ਤਹਿਤ ਦੱਖਣ ਵੱਲੋਂ ਆਗਰੇ ਨੂੰ ਆ ਰਿਹਾ ਸੀ, ਗਵਾਲੀਅਰ ਲਾਗੇ ਕਤਲ ਕਰਵਾ ਦਿੱਤਾ। ਇਹ ਕਾਰਾ ਅਕਬਰ ਲਈ ਇੱਕ ਅਸਹਿ ਸਦਮਾ ਸੀ। ਅਕਬਰ 1605 ਈਸਵੀ ਵਿੱਚ ਇਸ ਫਾਨੀ ਦੁਨੀਆ ਤੋਂ ਚੱਲ ਵਸਿਆ। ਸਲੀਮ ਜਹਾਂਗੀਰ ਦੇ ਲਕਬ ਨਾਲ ਹਿੰਦੁਸਤਾਨ ਦੇ ਤਖਤ ਤੇ ਬੈਠਾ। ਸੂਫੀ ਸੰਤਾਂ ਅਤੇ ਸੁਲਹਾ ਕੁੱਲ ਖਿਆਲਾਂ ਦੀ ਥਾਂ ਕੱਟੜਪੰਥੀ ਮੁਲਾਣਿਆਂ ਅਤੇ ਤੁਅੱਸਬਾਂ ਨੇ ਲੈ ਲਈ। ਸਾਈਂ ਮੀਆਂ ਮੀਰ ਜੀ ਅਬੁਲ ਫਜ਼ਲ ਦੇ ਕਤਲ ਪਿੱਛੋਂ ਮੁਗਲ ਦਰਬਾਰ ਨਾਲੋਂ ਸਾਂਝ ਤੋੜ ਕੇ ਲਾਹੌਰ ਆ ਗਏ। ਹੁਣ ਕੱਠ ਮੂਲੇ ਖੁੱਲ੍ਹ ਖੇਡ ਰਹੇ ਸਨ। ਛੇਤੀ ਹੀ ਖੁਸਰੋ ਨੇ ਬਗਾਵਤ ਕਰ ਦਿੱਤੀ। ਇਹ ਇੱਕ ਚੰਗਾ ਵਧੀਆ ਢੁੱਚਰ ਹੱਥ ਆ ਗਿਆ। ਜਿੱਥੇ ਉਸ ਦੇ ਸਾਥੀ ਕੋਹ ਕੇ ਮਾਰੇ ਗਏ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਫੜ ਲਿਆ ਗਿਆ ਅਤੇ ਬੇਹੱਦ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸ਼ੇਖ ਸਰਹੱਦੀ ਜੋ ਇਸ ਕਾਰੇ ਦਾ ਮੋਢੀ ਸੀ, ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਫਰੀਦ ਖਾਂ ਉਰਫ ਮੁਰਤਜ਼ਾ ਖਾਨ ਨੂੰ ਚਿੱਠੀ ਲਿਖ ਕੇ ਕੀਤਾ ਹੈ। ਉਸ ਨੇ ਲਿਖਿਆ, ਇਹਨਾਂ ਦਿਨਾਂ ਵਿੱਚ ਹੀ ਜੋ ਗੋਇੰਦਵਾਲ ਵਾਲੇ ਬ੍ਰਿਟਿਸ਼ ਕਾਫਰ ਨੂੰ ਮਾਰ ਦਿੱਤਾ ਗਿਆ ਹੈ, ਬੜਾ ਸ਼ੁਭ ਕੰਮ ਹੋਇਆ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਬੜੀ ਭਾਰੀ ਸੱਟ ਵੱਜੀ ਹੈ। ਉਹਨਾਂ ਦੀ ਹਾਰ ਹੋਈ ਹੈ। ਉਸ ਨੂੰ ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਵੀ ਮਾਰ ਦੇਣ ਨਾਲ ਕਾਫਰਾਂ ਦੀ ਵੱਡੀ ਖੁਆਰੀ ਹੋਈ ਅਤੇ ਮੁਸਲਮਾਨਾਂ ਲਈ ਇਹ ਸ਼ੁਭ ਅਤੇ ਬੜੇ ਵੱਡੇ ਲਾਭ ਦੀ ਘੜੀ ਹੈ। ਇਸ ਕਾਫਰ ਦੇ ਕਤਲ ਹੋ ਜਾਣ ਤੋਂ ਪਹਿਲੋਂ ਇਸ ਫਕੀਰ ਭਾਵ ਮੈਂ ਸ਼ੇਖ ਸਰਹੱਦੀ ਨੇ ਸੁਪਨੇ ਵਿੱਚ ਵੇਖਿਆ ਸੀ ਕਿ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਬ੍ਰਿਟਿਸ਼ ਅਧਰਮ ਦਾ ਸਿਰ ਫੇਹ ਸੁੱਟਿਆ ਹੈ। ਇਸ ਵਿੱਚ ਰਤਾ ਵੀ ਸ਼ੱਕ ਨਹੀਂ ਸੀ ਕਿ ਉਹ ਗੁਰੂ ਅਰਜਨ
ਕਾਫਰ ਹਿੰਦੂਆਂ ਦਾ ਜਗਤ ਗੁਰੂ ਸੀ ਅਤੇ ਅਧਾਰਮਿਕ ਮਨੋਬਿਰਤੀ ਵਾਲਿਆਂ ਦਾ ਸਿਰਮੌਰ ਸ਼ਹਿਨਸ਼ਾਹ ਸੀ। ਇਹ ਉਹ ਮੁਰਤਜ਼ਾ ਖਾਨ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਜ਼ਬਤ ਕਰਨ ਦਾ ਹੁਕਮ ਮਿਲਿਆ ਸੀ। ਜਹਾਂਗੀਰ ਦੇ ਸਮੇਂ ਤੋਂ ਅੱਗੇ ਸ਼ੇਖ ਸਰਹੱਦੀ ਦੇ ਕੱਟੜਪੁਣੇ ਅਤੇ ਤੁਅੱਸਬ ਵਿਚਾਰਧਾਰਾ ਰੱਖਣ ਵਾਲਿਆਂ ਦਾ ਸਰਕਾਰੇ ਦਰਬਾਰੇ ਬੋਲਬਾਲਾ ਹੋ ਗਿਆ, ਜਿਸ ਕਾਰਨ ਮੁਗਲਾਂ ਨਾਲ ਸਿੱਖਾਂ ਦੀ ਟੱਕਰ ਦਾ ਬਾਨਣੂ ਬੱਝਾ। ਇਹ ਖੂਨੀ ਟੱਕਰ ਸਾਲਾਂ ਬੱਧੀ ਚੱਲਦੀ ਰਹੀ, ਜੋ ਮੁਗਲ ਰਾਜ ਸਮਾਪਤ ਹੋਣ ਤੇ ਹੀ ਮੁੱਕੀ। ਜਹਾਂਗੀਰ ਨਾਲੋਂ ਸ਼ੇਖ ਅਹਿਮਦ ਸਰਹੰਦੀ ਨੂੰ ਸਿੱਖ ਵਧੇਰੇ ਰੜਕਦੇ ਸਨ। ਇਹ ਬਾਦਸ਼ਾਹ ਨੂੰ ਸਿੱਖਾਂ ਵਿਰੁੱਧ ਲੂੰਬੀ ਤਾ ਦੇਈ ਰੱਖਦਾ ਸੀ। ਸਿੱਖਾਂ ਨੂੰ ਇਸਲਾਮ ਦਾ ਵੈਰੀ ਗਰਦਾਨਦਾ, ਜਦ ਕਿ ਇਹ ਗੱਲ ਸੱਚਾਈ ਦੇ ਬਿਲਕੁਲ ਉਲਟ ਸੀ। ਹੱਕੋ ਹੱਕ ਤਾਂ ਇਹ ਹੈ ਕਿ ਗੁਰੂ ਨਾਨਕ ਦਾ ਧਰਮ ਉਪਦੇਸ਼ ਮਨੁੱਖ ਮਾਤਰ ਵਿੱਚ ਈਰਖਾਲੂਆਂ ਵੱਲੋਂ ਪਾਈਆਂ ਵੰਡਾਂ ਅਤੇ ਊਚ ਨੀਚ ਨੂੰ ਮੇਟ ਕੇ ਸਭਨਾਂ ਨੂੰ ਇੱਕ ਮਾਲਕ ਦਾ ਨੂਰ ਮੰਨਦਾ ਹੈ ਅਤੇ ਪ੍ਰੇਮ ਦੇ ਬੰਧਨ ਵਿੱਚ ਬੰਨ੍ਹਦਾ ਹੈ। ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਸੇਵਾ, ਸਰਬੱਤ ਦਾ ਭਲਾ ਇੱਕ ਮਾਲਕ ਦੀ ਪੂਜਾ ਲਈ ਪ੍ਰੇਰਦਾ ਹੈ। ਜਾਤ ਪਾਤ, ਊਚ ਨੀਚ, ਛੂਆ-ਛਾਤ ਦਾ ਸਦਾ ਹੀ ਖਾਤਮਾ ਚਾਹੁੰਦਾ ਹੈ। ਕਿਰਤ ਦੀ ਮਹਾਨਤਾ ਅਤੇ ਗਿਆਨ ਨੂੰ ਉੱਤਮ ਮੰਨਦਾ ਹੈ। ਇਹ ਆਤਮਿਕ ਸੇਧ ਐਸਾ ਮਨੁੱਖ ਮਾਤਰ ਸਿਰਜਦੀ ਹੈ ਜਿਸ ਦੇ ਭਾਈਚਾਰੇ ਵਿੱਚ ਸਾਰੇ ਕੁਦਰਤੀ ਵਸੀਲੇ ਸਾਂਝੇ ਅਤੇ ਕਿਰਤ ਨੂੰ ਪਹਿਲ ਅਤੇ ਵਡਿਆਈ ਮਿਲਦੀ ਹੈ। ਹਰ ਧਰਮ ਨੂੰ ਖੁੱਲ੍ਹ ਕੇ ਸਤਿਕਾਰ ਦਿੰਦਾ ਹੈ। ਦੂਜੇ ਪਾਸੇ ਸ਼ੇਖ ਸਰਹੱਦੀ ਦੀ ਵਿਚਾਰਧਾਰਾ ਸੀ ਜੋ ਅੱਲਾ ਮੀਆਂ ਅਤੇ ਉਸ ਦੀ ਸਾਰੀ ਕਾਇਨਾਤ, ਵਹਿਸ਼ਤ ਅਤੇ ਉਸ ਦੀਆਂ ਸਾਰੀਆਂ ਰਹਿਮਤਾਂ ਨੂੰ ਸਿਰਫ ਮੋਮਨਾਂ ਲਈ ਹੀ ਬੈਅ ਕਰਾਈ ਬੈਠੀ ਸੀ। ਜੋ ਇਸ ਵਿਚਾਰਧਾਰਾ ਨੂੰ ਪ੍ਰਵਾਨ ਨਾ ਕਰੇ, ਉਸ ਕਾਫਰ ਦੇ ਜਿਉਣ ਦੇ ਹੱਕ ਤੋਂ ਰਹਿਤ ਅਤੇ ਮਰ ਕੇ ਸਿੱਧਾ ਦੋਜ਼ਖ ਵਿੱਚ। ਇੱਕ ਅੱਲਾ ਪਾਕ ਨੂੰ ਮੰਨੇ, ਕਿਸੇ ਨੂੰ ਉਸ ਦਾ ਸ਼ਰੀਕ ਨਾ ਪ੍ਰਵਾਨ ਕਰੇ, ਬੁੱਤ ਪ੍ਰਸਤੀ ਨਾ ਕਰੇ, ਹੱਕ ਹਲਾਲ ਦੀ ਕਮਾਈ ਕਰਕੇ ਵੰਡ ਖਾਵੇ, ਪਰਾਇਆ ਹੱਕ ਨਾ ਮਾਰੇ, ਹਮੇਸ਼ਾ ਸਰਬੱਤ ਦਾ ਭਲਾ ਲੋਚੇ ਅਤੇ ਆਪਣੇ ਅਮਲ ਰਾਹੀਂ ਭਲਾ ਹੀ ਕਰੇ, ਭਾਵੇਂ ਉਹ ਕਿੱਡਾ ਵੀ ਅੱਲਾ ਵਾਹਿਗੁਰੂ ਦਾ ਪਿਆਰਾ ਹੋਵੇ। ਪਰ ਜੇ ਉਹ ਕਲਮਾ, ਰਸੂਲ ਅਤੇ ਕਿਆਮਤ ਦੇ ਦਿਨ ਤੇ ਯਕੀਨ ਨਹੀਂ ਰੱਖਦਾ, ਉਹ ਕਾਫਿਰ ਹੈ। ਸ਼ੇਖ ਸਾਹਿਬ ਉਸ ਨੂੰ ਇਸ ਅੱਲਾ ਦੀ ਧਰਤੀ ਉੱਤੇ ਜਿਉਣ ਦਾ ਹੱਕ ਨਹੀਂ ਦਿੰਦਾ, ਉਸ ਦਾ ਟਿਕਾਣਾ ਦੋਜ਼ਖ ਵਿੱਚ। ਐਸੇ ਕਾਫਰਾਂ ਅਤੇ ਮੋਮਨਾਂ ਤੋਂ ਧਰਤੀ ਨੂੰ ਪਾਕ ਕਰੇ, ਭਾਵੇਂ ਉਹ ਅੱਲਾ ਪਾਕ ਦੇ ਕਿੱਡੇ ਵੀ ਨੇਕ ਬੰਦੇ ਕਿਉਂ ਨਾ ਹੋਣ, ਉਹ ਹਰ ਹੀਲੇ ਮਾਰੇ ਜਾਣੇ ਚਾਹੀਦੇ ਹਨ। ਮੁਸਲਮਾਨ ਬਾਦਸ਼ਾਹ ਅਤੇ ਉਸ ਦੀ ਮੋਮਨ ਪਰਜਾ ਹਰ ਯਤਨ ਕਰੇ ਅਤੇ ਧਰਤੀ ਨੂੰ ਦਾਰੂ ਉਲ ਇਸਲਾਮ ਬਣਾਵੇ, ਕਾਫਰਾਂ ਨੂੰ ਦੋਜ਼ਖ ਵਿੱਚ ਸੁੱਟ ਕੇ ਸਵਾਬ ਖੱਟੇ ਅਤੇ ਵਹਿਸ਼ਤਾਂ ਦਾ ਭਾਗੀ ਬਣੇ। ਇਸ ਤੁਅੱਸਬ ਦੇ ਭਰੇ ਅਤੇ ਸੌੜੀ ਸੂਝ ਵਾਲੇ ਸੁੰਨੀ ਧਾਰਮਿਕ ਆਗੂ ਨੇ ਸਿੱਖ ਵਿਚਾਰਧਾਰਾ ਦੇ ਸਾਹਮਣੇ ਆਪਣੇ ਆਪ ਨੂੰ ਹੌਲਿਆਂ ਸਮਝ ਕੇ ਸਿੱਖਾਂ ਨਾਲ ਅਜਾਈ ਟਕਰਾਅ ਪੈਦਾ ਕੀਤਾ। ਹਕੂਮਤ ਦੀ ਤਾਕਤ ਦਾ ਪਾਸਕੂ ਆਪਣੇ ਵੱਲ ਪਾ ਕੇ ਆਪਣਾ ਭਾਰ ਵਕਤੀ ਤੌਰ ਤੇ ਵਧਾ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਮੁੱਢ ਬੰਨ੍ਹਿਆ। ਇਹ ਮੁਜੱਦਦ ਅਲ-ਫਸਾਨੀ, ਜਿਸ ਦਾ ਅਰਥ ਹੈ ਦੂਜਾ ਹਜ਼ਾਰਾ, ਭਾਵ ਹਜ਼ਰਤ ਮੁਹੰਮਦ ਸਾਹਿਬ ਤੋਂ 1000 ਸਾਲ ਪਿੱਛੋਂ ਫਿਰ ਇਸਲਾਮ ਨੂੰ ਨਵਿਆਂ ਕਰਨ ਵਾਲਾ, ਭਾਵ ਇਸਲਾਮ ਨੂੰ ਓਵਰਹਾਲ ਕਰਕੇ ਪਹਿਲਾਂ ਵਰਗਾ ਬਣਾਉਣ ਵਾਲਾ ਸ਼ਰਧਾਲੂ ਮੁਸਲਮਾਨਾਂ ਦੀ ਨਿਗਾਹ ਵਿੱਚ ਹਜ਼ਰਤ ਮੁਹੰਮਦ ਸਾਹਿਬ ਵਰਗੀ ਹੀ ਪਦਵੀ ਰੱਖਣ ਵਾਲਾ ਸੀ। ਇਹ ਸ਼ਖਸ ਮੁਸਲਮਾਨਾਂ ਦੀ ਸੋਚ ਸ਼ਕਤੀ ਨੂੰ ਜਿੰਦਰਾ ਮਾਰ ਕੇ ਉਸ ਦਾ ਕੁੰਜੀ ਬਰਦਾਰ ਬਣ ਬੈਠਾ। ਇਸ ਦਾ ਦਿਮਾਗ ਇੰਨਾ ਅਸਮਾਨ ਤੇ ਚੜ੍ਹ ਗਿਆ ਸੀ ਕਿ ਇਸ ਵੱਲੋਂ ਧਰਮ ਦੇ ਨਾਂ ਤੇ ਕੀਤੀਆਂ ਜਾਣ ਵਾਲੀਆਂ ਵਧੀਕੀਆਂ, ਜੋ ਸਿੱਧਾ ਰਾਜਸੀ ਪ੍ਰਸ਼ਾਸਨ ਵਿੱਚ ਦਖਲ ਸੀ ਅਤੇ ਰਾਜਸੀ ਸੁੱਖ ਚੈਨ ਨੂੰ ਸਾੜ ਸੁਆਹ ਕਰਨ ਵਾਲੀਆਂ ਸਨ, ਜਹਾਂਗੀਰ ਵਰਗਾ ਮੁਤੱਸਬੀ ਬਾਦਸ਼ਾਹ ਵੀ ਬਰਦਾਸ਼ਤ ਨਾ ਕਰ ਸਕਿਆ। ਇਸ ਨੂੰ ਲਗਾਮ ਦੇਣ ਲਈ ਅਖੀਰ ਜਹਾਂਗੀਰ ਵੱਲੋਂ ਇਸ ਮੁਜੱਦਦ ਅਲਫ ਸਾਨੀ ਨੂੰ ਜੇਲ੍ਹ ਵਿੱਚ ਡੱਕਣਾ ਪਿਆ। ਤੁਅੱਸਬ ਦਾ ਸ਼ਿਖਰ ਸੀ ਕਿ ਸਿਰਫ
ਕਲਮਾ ਪੜ੍ਹਨ ਵਾਲਾ ਮੁਸਲਮਾਨ ਹੀ ਧਰਤੀ ਉੱਤੇ ਜਿੰਦਾ ਰਹਿ ਸਕਦਾ। ਇਸ ਤਸੱਬਬ ਵਿੱਚ ਅੰਨੇ ਹੋਏ ਮੁਜੱਦਦ ਨੂੰ ਉਸ ਗੁਰੂ ਨਾਨਕ ਦਾ ਸਰਬ ਸਾਂਝਾ ਉਪਦੇਸ਼, ਜੋ ਧਰਤੀ ਉੱਤੇ ਹੀ ਸਵਰਗ ਵਰਗਾ ਸਮਾਜ ਉਸਾਰਨ ਦਾ ਜਾਮਣ ਸੀ ਅਤੇ ਜਿਸ ਦੇ ਅਮਲੀ ਪ੍ਰਚਾਰ ਲਈ ਪੰਜਵਾਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਯਤਨਸ਼ੀਲ ਸੀ ਅਤੇ ਜਿਸ ਮਿਕਨਾਤੀਸੀ ਖਿੱਚ ਕਾਰਨ ਪੰਜਾਬ ਦੀ ਖਲਕਤ ਸਮੇਤ ਮੁਸਲਮਾਨਾਂ ਦੇ ਉਹਨਾਂ ਵੱਲ ਖਿੱਚੀ ਆ ਰਹੀ ਸੀ, ਕਦ ਬਰਦਾਸ਼ਤ ਹੋ ਸਕਦਾ ਸੀ। ਇਹ ਮੁਜੱਦਦ ਅਲਫਸਾਨੀ ਹੋ ਕੇ ਕਿਵੇਂ ਜਰ ਸਕਦਾ ਸੀ ਕਿ ਮੁਸਲਮਾਨੀ ਰਾਜ ਵਿੱਚ ਇੱਕ ਗੈਰ ਮੁਸਲਿਮ ਧਾਰਮਿਕ ਆਗੂ ਉਸ ਨਾਲੋਂ ਬਹੁਤ ਲੋਕਪ੍ਰਿਯ ਹੋਵੇ ਅਤੇ ਉਸ ਦੀ ਇੰਨੀ ਪ੍ਰਭੁਤਾ ਹੋ ਜਾਵੇ ਕਿ ਉਸ ਦੇ ਸਹਿ ਧਰਮੀ ਮੁਸਲਮਾਨ, ਜਿਨ੍ਹਾਂ ਲਈ ਉਹ ਮੁਜੱਦਦ ਬਣ ਕੇ ਆਇਆ ਹੈ, ਉਸ ਵੱਲੋਂ ਪਿੱਠ ਕਰਕੇ ਆਤਮਿਕ ਸ਼ਾਂਤੀ ਅਤੇ ਕਲਿਆਣ ਲਈ ਗੁਰੂ ਅਰਜਨ ਜੀ ਵੱਲ ਮੂੰਹ ਕਰਨ। ਤਰਕ ਦੇ ਮੈਦਾਨ ਵਿੱਚ ਹਾਰੇ ਹੋਏ ਮੁਜੱਦਦ ਨੇ ਸ਼ਾਹੀ ਤਲਵਾਰ ਦਾ ਆਸਰਾ ਆਣ ਲਿਆ। ਉੱਚ ਕੋਟੀ ਦਾ ਆਚਰਣ, ਮਨੁੱਖ ਮਾਤਰ ਨੂੰ ਸਰਬ ਸਾਂਝਾ ਉਪਦੇਸ਼, ਮਿਸਾਲ ਪੇਸ਼ ਕਰਨ ਵਾਲੀ ਅਮਲੀ ਜ਼ਿੰਦਗੀ ਅਤੇ ਸੱਚੇ ਰੱਬੀ ਰਾਹ ਨੂੰ ਦ੍ਰਿਸ਼ਮਾਨ ਕਰਨ ਵਿੱਚ ਗੁਰੂ ਅਰਜਨ ਦੇਵ ਜੀ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਇਹ ਸ਼ਖਸ ਈਰਖਾ ਦੀ ਅੱਗ ਵਿੱਚ ਭੁੱਜ ਗਿਆ। ਲਾਈਲੱਗ ਅਤੇ ਆਪਣੇ ਤੁਅੱਸਬ ਦੇ ਗੂੜੇ ਰੰਗ ਵਿੱਚ ਰੰਗੇ ਜਹਾਂਗੀਰ ਨੂੰ ਤੁਖਣਾ ਦੇ ਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣ ਵਿੱਚ ਇਹ ਸ਼ੇਖ ਸਰਹੱਦੀ ਕਾਮਯਾਬ ਹੋ ਗਿਆ। ਜਿਵੇਂ ਅਕਬਰ ਦੇ ਰਾਜਕਾਲ ਸਮੇਂ ਸ਼ੇਖ ਸਰਹੱਦੀ ਨੇ ਫੌਜ ਅਤੇ ਦੀਵਾਨੀ ਦੇ ਅਫਸਰਾਂ ਵਿੱਚ ਕਾਫੀ ਅਸਰ ਬਣਾ ਲਿਆ ਸੀ, ਇਸੇ ਤਰ੍ਹਾਂ ਇਸਨੇ ਜਹਾਂਗੀਰ ਦੇ ਸਮੇਂ ਵਿੱਚ ਇਸ ਬਣੇ ਅਸਰ ਨੂੰ ਹੋਰ ਵਧਾ ਲਿਆ। ਸ਼ਾਹੀ ਮੁਆਮਲਿਆਂ ਵਿੱਚ ਅਜਾਈ ਦਖਲਅੰਦਾਜ਼ੀ ਤੋਂ ਤੰਗ ਆ ਕੇ ਬਾਦਸ਼ਾਹ ਨੇ ਇਸ ਨੂੰ ਕੈਦ ਵਿੱਚ ਵੀ ਸੁੱਟ ਦਿੱਤਾ, ਪਰ ਬਾਦਸ਼ਾਹ ਦੇ ਗਲੋਂ ਇਹ ਉਦੋਂ ਹੀ ਲੱਥ ਗਿਆ ਜਦ 1623 ਵਿੱਚ ਮਰ ਮਿਟ ਗਿਆ। ਜਹਾਂਗੀਰ ਦੇ ਪਿੱਛੋਂ ਹੋਣ ਵਾਲੇ ਮੁਗਲ ਬਾਦਸ਼ਾਹ ਉੱਤੇ ਇਸ ਘਰਾਣੇ ਦੀ ਕੱਟੜਪੰਥੀ ਵਿਚਾਰਧਾਰਾ ਨੇ ਆਪਣੀ ਜਕੜ ਹੋਰ ਵੀ ਪੱਕੀ ਕਰ ਲਈ। ਸਿੱਖਾਂ ਨਾਲ ਮਾੜੇ ਸਬੰਧਾਂ ਦੀ ਨੀਅਤ ਤਾਂ ਜਹਾਂਗੀਰ ਦੇ ਗੱਦੀ ਬੈਠਦਿਆਂ ਹੀ ਰੱਖੀ ਗਈ ਸੀ। ਸ਼ਾਹਜਹਾਨ ਸਮੇਂ ਇਹ ਸਬੰਧ ਬਹੁਤ ਹੱਦ ਤੱਕ ਵਿਗੜੇ ਅਤੇ ਫਿਰ ਤਾਂ ਵਿਗੜਦੇ ਹੀ ਚਲੇ ਗਏ। ਸ਼ਾਹਜਹਾਨ ਸਿੱਖਾਂ ਉੱਤੇ ਸਖਤੀ ਦਾ ਬਹਾਨਾ ਲੱਭਦਾ ਸੀ। ਸ਼ਾਹੀ ਮੀਰ ਸ਼ਿਕਾਰੀ ਰਾਮ ਤੀਰਥ ਅੰਮ੍ਰਿਤਸਰ ਪਾਸ ਦੀ ਜੂਹ ਵਿੱਚ ਸ਼ਿਕਾਰ ਖੇਡ ਰਿਹਾ ਸੀ ਅਤੇ ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਇਸ ਪਾਸੇ ਸ਼ਿਕਾਰ ਨੂੰ ਗਏ ਹੋਏ ਸਨ। ਸ਼ਾਹੀ ਬਾਜ਼ ਸਿੱਖਾਂ ਪਾਸ ਆ ਗਿਆ, ਜੋ ਉਹਨਾਂ ਫੜ ਲਿਆ। ਭਾਲ ਵਿੱਚ ਆਏ ਮੀਰ ਸ਼ਿਕਾਰੀ ਦੀ ਬਦਕਲਾਮੀ, ਅਜਾਈ ਆਕੜ ਅਤੇ ਰੋਹਬ ਸਿੱਖਾਂ ਨਾ ਝੱਲਿਆ ਅਤੇ ਇੱਕ ਨਿੱਕੀ ਜਿਹੀ ਘਟਨਾ ਸਿੱਖਾਂ ਨਾਲ ਲੜਾਈ ਦਾ ਕਾਰਨ ਬਣੀ। ਪਹਿਲੀ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਝੰਡੇ ਥੱਲੇ ਸਿੱਖਾਂ ਨੇ ਮੁਗਲਾਂ ਦੀ ਸ਼ਾਹੀ ਫੌਜ ਨਾਲ ਅੰਮ੍ਰਿਤਸਰ ਲਾਗੇ ਹਥਿਆਰਬੰਦ ਟੱਕਰ ਲਈ। ਮਾਣੋ ਹਿੰਦੁਸਤਾਨ ਵਿੱਚ ਬਾਦਸ਼ਾਹਤ ਨਾਲ ਇਹ ਪਹਿਲੀ ਜਨਤਕ ਲੜਾਈ ਸੀ। ਇਸ ਵਿੱਚ ਮੁਲਕਗੀਰੀ ਦੀ ਕੋਈ ਹਵਸ ਨਹੀਂ ਸੀ। ਇਹ ਅਣਖ ਅਤੇ ਮਾਣ ਸਤਿਕਾਰ ਨਾਲ ਜਿਉਣ ਦੇ ਹੱਕ ਦੇ ਆਧਾਰ ਤੇ ਲੜੀ ਗਈ ਅਤੇ ਲੜਾਈ ਗਈ ਸੀ। ਜਿਉਂ-ਜਿਉਂ ਮੁਗਲ ਹਕੂਮਤ ਨੂੰ ਤੁਅੱਸਬ, ਹੈਂਕੜੇਬਾਜ਼ੀ, ਜ਼ੁਲਮੋ ਜ਼ਬਰ ਅਤੇ ਸੀਨਾਜੋਰੀ ਅਤੇ ਐਬ ਗਰਸਦੇ ਗਏ। ਸਿੱਖ ਜ਼ੁਲਮ ਜ਼ਬਰ ਦੇ ਤਾਣ ਨੂੰ ਨਿਤਾਣਾ ਕਰਨ ਲਈ ਲਾਮਬੰਦ ਹੋ ਕੇ ਜੂਝਦੇ ਗਏ। ਸਿੱਟੇ ਵਜੋਂ ਸਿੱਖਾਂ ਨੂੰ ਬੇਗਿਣਤ ਕੁਰਬਾਨੀਆਂ ਦੇਣੀਆਂ ਪਈਆਂ, ਜਿਸ ਨਾਲ ਮੁਗਲ ਸਾਮਰਾਜ ਦਾ ਸਦਾ ਲਈ ਅੰਤ ਹੋ ਗਿਆ। ਦਰਿਆ ਜਮਨਾ ਦੇ ਪੱਛਮੀ ਕੰਢੇ ਤੋਂ ਲੈ ਕੇ ਦਰਿਆ ਸਿੰਧ ਦੇ ਪਾਰ ਸੁਲੇਮਾਨ ਪਹਾੜ ਦੀ ਪੱਛਮੀ ਸ਼ਾਖ ਦੇ ਅਤੇ ਤਿੱਬਤ ਦੇ ਦੱਖਣੀ ਇਲਾਕੇ ਤੋਂ ਲੈ ਕੇ ਸੂਬਾ ਸਿੰਧ ਦੀ ਹੱਦ ਤੱਕ ਘੇਰੇ ਇਲਾਕੇ ਸਿੱਖਾਂ ਦੀ ਸਿਕਦਾਰੀ ਤਹਿਤ ਆ ਗਏ। ਮੁਗਲ ਖਾਨਦਾਨ ਦੇ ਪਹਿਲੇ 3 ਬਾਦਸ਼ਾਹ ਬਾਬਰ, ਹਮਾਯੂ, ਅਕਬਰ ਕੱਟੜਪੰਥੀ ਨਹੀਂ ਕਹੇ ਜਾ ਸਕਦੇ। ਇਹ ਸਿੱਖ ਗੁਰੂ ਸਾਹਿਬਾਨ ਨਾਲ ਕਿਸੇ ਵੀ ਕਿਸਮ ਦੇ ਟਕਰਾਅ ਵਿੱਚ ਨਹੀਂ ਆਏ। ਬਾਬਰ ਅਤੇ ਹਮਾਯੂ ਦਾ ਹਾਲ ਪਿੱਛੇ ਆ ਚੁੱਕਿਆ ਹੈ। ਅਕਬਰ ਸਭ ਤਰ੍ਹਾਂ ਦੇ ਪੱਖਪਾਤ ਅਤੇ ਤੁਅੱਸਬ ਤੋਂ ਪਰੇ ਸੀ। ਅਕਬਰ ਦੀ ਪਾਤਸ਼ਾਹੀ ਦਾ ਉਸ ਵੇਲੇ ਸਾਰੀ ਹੀ ਦੁਨੀਆ ਵਿੱਚ ਕੋਈ ਜਵਾਬ ਨਹੀਂ ਸੀ। ਉਹ ਆਪਣੇ ਸਮੇਂ ਵਿੱਚ ਸੰਸਾਰ ਭਰ ਦਾ ਸਭ ਤੋਂ ਸ਼ਕਤੀਸ਼ਾਲੀ ਹੁਕਮਰਾਨ ਮੰਨਿਆ ਗਿਆ ਹੈ।
ਅਲਫਸਾਨੀ ਅਤੇ ਉਸ ਦੇ ਕੱਟੜਪੰਥੀਆਂ ਨੂੰ ਉਸ ਨੇ ਆਪਣੇ ਜਿਉਂਦਿਆਂ ਸਿਰ ਨਹੀਂ ਚੁੱਕਣ ਦਿੱਤਾ। ਉਸ ਨੇ ਗੁਰੂ ਨਾਨਕ ਦੀ ਗੱਦੀ ਦਾ ਬੜਾ ਹੀ ਸਤਿਕਾਰ ਕੀਤਾ। ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਮਰਿਆਦਾ ਅਨੁਸਾਰ ਵਜ਼ੀਰਾਂ ਅਤੇ ਮੁਸਾਹਿਬਾਂ ਸਮੇਤ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਨਜ਼ਰਾਂ ਭੇਟਾਂ ਕੀਤੀਆਂ। ਅਕਬਰ ਲੰਗਰ ਲਈ ਬਹੁਤ ਵੱਡੀ ਜਗੀਰ ਦੇਣਾ ਚਾਹੁੰਦਾ ਸੀ, ਪਰ ਗੁਰੂ ਜੀ ਨੇ ਪ੍ਰਵਾਨ ਨਾ ਕੀਤੀ। ਫਿਰ ਵੀ ਅਕਬਰ ਸ਼ੁਕਰਾਨੇ ਅਤੇ ਸਤਿਕਾਰ ਵਜੋਂ ਬੀਬੀ ਭਾਨੀ ਜੀ ਨੂੰ ਚੱਕ ਅੰਮ੍ਰਿਤਸਰ ਦੀ ਜ਼ਮੀਨ ਭੇਟ ਕਰ ਗਿਆ। ਹਰ ਔਖੀ ਘੜੀ ਵੇਲੇ ਅਕਬਰ ਗੁਰੂ ਨਾਨਕ ਦੀ ਗੱਦੀ ਤੋਂ ਅਸ਼ੀਰਵਾਦ ਲੈਂਦਾ ਰਿਹਾ। ਮੁਜੱਦਦ ਦੇ ਦਿਲ ਦਿਮਾਗ ਸੜਦੇ ਬਲਦੇ ਰਹੇ। ਗੋਇੰਦਵਾਲ ਦਾ ਮਰਵਾਹਾ ਖੱਤਰੀ ਜਦ ਗੁਰੂ ਜੀ ਦੇ ਵਿਰੁੱਧ ਝੂਠ ਤੂਫਾਨ ਗੰਢ ਕੇ ਸ਼ਿਕਾਇਤ ਲਈ ਅਕਬਰ ਦੇ ਦਰਬਾਰ ਵਿੱਚ ਗਿਆ ਤਾਂ ਉੱਥੋਂ ਕਾਫੀ ਨਿਰਾਦਰੀ ਕਰਵਾ ਕੇ ਮੁੜਿਆ। ਉਸ ਖੱਤਰੀ ਵੱਲੋਂ ਬੀਰਬਲ ਵਜ਼ੀਰ ਦੀ ਸ਼ਹਿ 'ਤੇ ਪੂਰਾ ਤਾਣ ਲਾ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਗੁਰੂ ਨਾਨਕ ਦੀ ਗੱਦੀ ਬ੍ਰਾਹਮਣੀ ਮੱਤ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰ ਰਹੀ ਹੈ ਅਤੇ ਜਾਤ ਪਾਤ ਮਿਟਾਈ ਜਾ ਰਹੀ ਹੈ। ਇਸ ਨਾਲ ਪੁਰਾਤਨ ਧਰਮ ਖਤਮ ਹੋ ਜਾਵੇਗਾ। ਇਸ ਲਈ ਇਸ ਗੱਦੀ ਨੂੰ ਤਤਕਾਲ ਖਤਮ ਕਰਵਾ ਦਿੱਤਾ ਜਾਵੇ। ਅਕਬਰ ਨੇ ਇੱਕ ਨਾ ਸੁਣੀ, ਸਗੋਂ ਇਹ ਤਾੜਨਾ ਕਰਕੇ ਦਵਲਿਆ ਕਿ ਮੁੜ ਗੁਰੂ ਘਰ ਬਾਰੇ ਸ਼ਿਕਾਇਤ ਲੈ ਕੇ ਆਉਣ ਦੀ ਗੁਸਤਾਖੀ ਨਾ ਕਰਨਾ। ਇਸ ਵੇਲੇ ਸੂਫੀ ਸੰਤਾਂ ਦੀ ਵਿਚਾਰਧਾਰਾ ਸ਼ਾਹੀ ਦਰਬਾਰ ਵਿੱਚ ਆਪਣਾ ਅਸਰ ਰੱਖਦੀ ਸੀ, ਪਰ ਇਸ ਸਮੇਂ ਸ਼ੇਖ ਸਰਹੰਦੀ ਦੀ ਸੋਚ ਤੇਲ ਬਣ ਕੇ ਰਾਜ ਦੀਆਂ ਜੜ੍ਹਾਂ ਵੱਲ ਪਸਾਰ ਕਰ ਰਹੀ ਸੀ। ਇਸ ਦਾ ਜ਼ਹਿਰ ਪਣਪ ਰਿਹਾ ਸੀ, ਪਰ ਅਕਬਰ ਨੇ ਉਸ ਦੀ ਦਾਲ ਨਾ ਗਲਣ ਦਿੱਤੀ। ਸੋ ਪਹਿਲੇ ਤਿੰਨੇ ਮੁਗਲ ਬਾਦਸ਼ਾਹ ਗੁਰੂ ਘਰ ਨਾਲ ਅਕੀਦਤ, ਪਿਆਰ, ਸਤਿਕਾਰ ਅਤੇ ਸ਼ਰਧਾ ਨਾਲ ਪੇਸ਼ ਆਉਂਦੇ ਰਹੇ। ਉਸ ਤੋਂ ਪਿਛਲੇ ਤਿੰਨ ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਮੁਗਲ ਹੁਕਮਰਾਨ ਸਰਹੰਦੀ ਖਣਵਾਂਦੇ ਦੀ ਤਵੱਸਬੀ ਸੋਚ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਏ ਸਨ। ਇਹਨਾਂ ਨੇ ਗੁਰੂ ਘਰ ਨੂੰ ਖਤਮ ਅਤੇ ਸਿੱਖ ਲਹਿਰ ਨੂੰ ਮਲੀਆਮੇਟ ਕਰ ਦੇਣ ਲਈ ਕੋਈ ਕਸਰ ਨਾ ਛੱਡੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਈਆਂ, ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਵੈਰ ਭਾਵਨਾ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਵਿੱਚ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਉੱਤੇ ਪਹਾੜੀ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹੇ ਲੜਾਈਆਂ ਠੋਸਣਾ, ਹਜ਼ਾਰਾਂ ਸਿੱਖ ਅਤੇ ਗੁਰੂ ਪਰਿਵਾਰ ਸ਼ਹੀਦ ਕਰਨਾ, ਖਾਸ ਕਰਕੇ ਛੋਟੇ ਸਾਹਿਬਜ਼ਾਦੇ ਬੜੀ ਬੇਦਰਦੀ ਨਾਲ ਕਤਲ ਕਰਵਾਉਣੇ, ਬੰਦਾ ਸਿੰਘ ਬਹਾਦਰ ਦੇ ਵਿਰੁੱਧ ਜਹਾਦ ਦਾ ਝੰਡਾ ਖੜਾ ਕਰਾਉਣਾ, ਫੜੇ ਜਾਣ 'ਤੇ ਉਸ ਦੇ ਮਾਸੂਮ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਹਵੇਂ ਬੋਟੀ-ਬੋਟੀ ਕਰਨਾ, ਫਿਰ ਉਸ ਦੀ ਸ਼ਹਾਦਤ, ਉਸ ਦੇ ਸੈਂਕੜੇ ਸਾਥੀ ਸਿੰਘ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰਵਾਉਣਾ। ਉਸ ਤੋਂ ਪਿੱਛੋਂ ਭਾਵ 9 ਜੂਨ 1716 ਈਸਵੀ ਤੋਂ ਲੈ ਕੇ 1772 ਈਸਵੀ ਤੱਕ ਅਬਦੁਸਮਦ, ਜ਼ਕਰੀਆ ਖਾਂ, ਯਹੀਆ ਖਾਂ, ਸ਼ਾਹ ਨਵਾਜ਼, ਮੋਮਨ ਖਾਂ, ਮੀਰ ਮਨੂ, ਤੈਮੂਰ, ਜਹਾਨ ਖਾਂ ਅਤੇ ਅਬਦਾਲੀ ਰਾਹੀਂ ਸਿੰਘਾਂ ਦੇ ਖਾਤਮੇ ਲਈ ਮੌਤ ਦੀ ਭੱਠੀ ਮੰਗਾਈ ਰੱਖਣ ਵਾਲੀ ਇਹੋ ਸੌੜੀ ਸੋਚ ਸੀ। ਦੋ ਖੂਨੀ ਘੱਲੂਘਾਰਿਆਂ ਦਾ ਵਾਪਰਨਾ, ਸਿੱਖਾਂ ਦੀ ਸਦੀਵੀ ਕਤਲਾਮ ਦੇ ਹੁਕਮ ਜਾਰੀ ਕਰਾਉਣ ਵਿੱਚ ਇਸ ਸੋਚ ਦਾ ਹੱਥ ਸੀ। ਇਹੋ ਵਿਚਾਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵੇਲੇ ਸੱਯਦ ਅਹਿਮਦ ਬਰੇਲਵੀ ਦੇ ਰੂਪ ਵਿੱਚ ਸਿੱਖ ਰਾਜ ਦੇ ਖਾਤਮੇ ਲਈ ਯਤਨਸ਼ੀਲ ਹੋਈ। ਫਿਰ ਇਹੋ ਸੋਚ ਸਰ ਸੱਯਦ ਅਹਿਮਦ ਬਣ ਕੇ ਉੱਠੀ। ਅੰਤ 20ਵੀਂ ਸਦੀ ਦੇ ਆਰੰਭ ਵਿੱਚ ਦੋ ਕੌਮਾਂ ਦੀ ਥਿਊਰੀ ਦੀ ਸ਼ਕਲ ਧਾਰਨ ਕਰਕੇ ਮੁਲਕ ਦੀ ਵੰਡ ਹੋ ਕੇ ਹਿੰਦ ਅਤੇ ਪਾਕ ਦੀ ਸਥਾਪਤੀ ਬਣ ਕੇ ਹੋ ਨਿਬੜੀ। ਮੁਲਕ ਵੰਡੀਦੇ ਅਤੇ ਕਿਤੇ-ਕਿਤੇ ਵਸੋਂ ਦੇ ਵਟਾਂਦਰੇ ਇਤਿਹਾਸ ਵਿੱਚ ਦਰਜ ਹਨ, ਪਰ ਪਾਕਿਸਤਾਨ ਬਣਨ ਵੇਲੇ ਸਿੰਧ, ਬਲੋਚਿਸਤਾਨ, ਪੰਜਾਬ, ਸਰਹੱਦੀ ਸੂਬਾ ਕਸ਼ਮੀਰ, ਬੰਗਾਲ ਵਿੱਚ ਜੋ ਮਨੁੱਖੀ ਖੂਨ ਦੀ ਹੋਲੀ ਖੇਡੀ ਗਈ ਅਤੇ ਜਿਸ ਦੇ ਪਿੱਛੇ ਵੀ ਮੁਜੱਦਦ ਸਾਹਿਬ ਦੀ ਰੂਹ ਹੀ ਕਾਇਮ ਸੀ, ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 41 ਪੰਨੇ ਪੜ੍ਹ ਚੁੱਕੇ ਹਾਂ।
बाकी दी किताब असीं अगले भाग विच पढ़ांगे। वाहिगुरू जी का खालसा, वाहिगुरू जी की फतेह।